ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਸਾਜਿਓ ਪ੍ਰੇਮ ਨਾਲ ਗੁਰੂ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਚੱਕਰ ਚਿਹਨ ਅਰ ਬਰਨ ਜਾਤੇ ਅਰ ਪਾਤੇ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੂ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੀ ਸਾਹਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ ਤਵੈ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਨਤ ਸੁਮਤ ਨਿਰਜੁਰ ਨਿਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ ਪ੍ਰਾਨ ਕੇ ਬਚਈਆ ਦੂਧ ਪੂਤ ਕੇ ਦੇਵਈਆ ਰੋਗ ਸੋਗ ਕੇ ਮਿਟਈਆ ਕੇ ਦਮਾਨੀ ਮਹਾਮਾਨ ਹੋ ਵਿਦਿਆ ਕੀ ਵਿਚਾਰ ਹੋ ਕਿ ਅਦਵੈ ਅਵਤਾਰ ਹੋ ਕੇ ਸਿੱਧਤਾ ਕੀ ਸੂਰਤ ਹੋ ਕੇ ਸੁੱਧਤਾ ਕੀ ਸ਼ਾਨ ਹੋ ਜੋਬਨ ਕੇ ਜਾਲ ਹੋ ਕੇ ਕਾਲ ਹੂੰ ਕੇ ਕਾਲ ਹੋ ਕੇ ਸਤਰਨ ਕੇ ਸੂਲ ਹੋ ਕੇ ਮਿੱਤਰਨ ਕੀ ਪ੍ਰਾਨ ਹੋ ਸ਼ਤਰ ਧਾਰੀ ਛਤਰੀ ਪਤ ਸ਼ੈਲ ਰੂਪ ਸ਼ੇਤਨਾਥ ਛਾਉਣੀ ਕਰ ਛਾਇਆ ਬਰ ਛਤਰੀ ਪਤ ਗਾਈਐ ਵਿਸਨਾਥ ਵਿਸਵੰਪਰ ਵੇਦਨਾਥ ਬਾਲਾ ਕਰ ਬਾਜੀਗਰ ਬਾਨ ਧਾਰੀ ਬੰਧਨ ਬਤਾਈਐ ਨਿਓਲੀ ਕਰਮ ਦੁੱਧਾ ਧਾਰੀ ਵਿਦਿਆ ਧਾਰ ਬ੍ਰਹਮਚਾਰੀ ਧਿਆਨ ਕੋ ਲਗਾਵੈ ਨੈਕ ਧਿਆਨਹੁ ਨਾ ਪਾਈਐ
राजन के राजा महाराजन के महाराजा। ऐसो राज छोड़ और दूजा कौन त्याइया। अम्य दृष्ट शुभ कर हर अग पाप सकल मल। काम क्रोध अर लोभ मोह वास कर सब बल। सदा सुख मन वसै दुख संसार है खुआ। गुर नव निध दरियाऊ जन्म हम कालख तुआ। सो कहो टल गुर सेविया अहनेस सहज सुबाए। दर्शन परसया गुरु का जन्म मरण दुख जाए। सुन यार हमारी सज्जन एक करो बेनंतिया। तिस मोहन लाल प्यारी हाओ फिरो खोजंतिया। तिस दस प्यारे सिर तरी उतारे एक पूरी दर्शन दीजै। नैन हमारी प्रिय रंग रंगारी एक तिल पीना तीरिजै। प्रभ सिव मन लीना जियो जल मीना चात्रिक जीवैत संतिया। जन नानक गुर पूरा पाया सगली तिखा बुझंतिया। कहा बुद्ध कहा बुद्ध हम न सकत कर सिफत तुम्हारी। आप ले हो तुम कथा सुधारी। हम न सकत कर सिफत तुम्हारी। आप ले हो तुम कथा सुधारी। सतनाम श्री वाहेगुरु साहेब जियो। गौड़े महला नवा को माए पुलियो मन समझावे। वेद पुराण साध मग सुनकर निमख न हर गुण गावे। को माए पुलियो मन समझावे। वेद पुराण साध मग सुनकर निमख न हर गुण गावे। रहाओ दुर्लभ देह पाए मानस के। बिरथा जन्म सिरावे। माया मोह महासंकट बन तास्यों रुच उपजावे। अंतर बाहर सदा संग प्रभ
ਸਿਉ ਨੇਹੋ ਨਾ ਲਾਵੈ। ਨਾਨਕ ਮੁਕਤ ਤਾਹੇ ਤੁਮ ਮਾਨਹੁ। ਜਹ ਘਟ ਰਾਮ ਸਮਾਵੈ। ਅੰਤਰ ਬਾਹਰ ਸਦਾ ਸੰਗ ਪ੍ਰਭ। ਤਾਂ ਸਿਉ ਨੇਹੋ ਨਾ ਲਾਵੈ। ਨਾਨਕ ਮੁਕਤ ਤਾਹੇ ਤੁਮ ਮਾਨਹੁ। ਜਹ ਘਟ ਰਾਮ ਸਮਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਲਗੀਧਰ ਦਸ਼ਮੇਸ਼ ਪਿਤਾ ਸੱਚੇ ਸਾਹਿਬ ਚੋਜੀ ਪ੍ਰੀਤਮ ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ ਸ਼ਮਸ਼ੇਰ ਬਹਾਦਰ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਸਰਬੱਤ ਜੀਵਾਂ ਦੇ ਉੱਪਰ ਦਇਆਲਤਾ ਕਿਰਪਾਲਤਾ ਬਖਸ਼ਿਸ਼ ਰਹਿਮਤ ਕਰਕੇ ਆਪਣੇ ਪਾਵਨ ਸਤਜੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁਖ ਦੇ ਦਰਸ਼ਨ ਦੀਦਾਰ ਮੇਲੇ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਰੂਪੀ ਗੋਦ ਦੇ ਬਖਸ਼ ਕਰਕੇ ਨਿਹਾਲ ਕਿਰਤਾਰਥ ਕਰ ਰਹੇ ਨੇ। ਸਤ ਸੰਗੀ ਜਨਾਂ ਨੇ ਦੂਰੋਂ ਨੇੜਿਓਂ ਚੱਲ ਕੇ ਆ ਕੇ ਸਤਿਗੁਰੂ ਜੀ ਦੇ ਪਾਵਨ ਦਰਸ਼ਨ ਦੀਦਾਰ ਕਰਕੇ ਚਰਨਾਂ ਵਿਖੇ ਹਾਜ਼ਰੀਆਂ ਭਰ ਕੇ ਅੰਮ੍ਰਿਤ ਸਰੂਪ ਗੁਰਬਾਣੀ ਦੇ ਪ੍ਰੇਮ ਆਨੰਦ ਨੂੰ ਆਤਮ ਆਨੰਦ ਨੂੰ ਮਾਣਨਾ ਕੀਤਾ ਹੈ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰ ਘਰ ਦੀ ਮਰਿਆਦਾ ਦੇ ਅਨੁਸਾਰ ਵਕਤ ਹੈ ਲੜੀਵਾਰ ਚੱਲ ਰਹੀ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਰਾਹੀਂ ਹਰ ਜਸ ਸ਼ਰਵਣ ਕਰਨੇ ਦਾ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਸ਼ਰਵਣ ਭਗਤੀ ਕਰਦਿਆਂ ਹਰ ਜਸ ਸ਼ਰਵਣ ਕਰੀਏ। ਮੁਖ ਦੀ ਪਵਿੱਤਰਤਾ ਤੇ ਹਿਰਦੇ ਦੀ ਇਕਾਗਰਤਾ ਵਾਸਤੇ ਨਾਮ ਨੂੰ ਉਚਾਰਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੌੜੇ ਮਹੱਲਾ ਨਵਾਂ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਧੀਰਜ ਧਾਰੀ ਪਰ ਉਪਕਾਰੀ ਗਿਆਨ ਵੈਰਾਗ ਦੀ ਮੂਰਤ ਭਗਤੀ ਦੇ ਸਾਗਰ ਬ੍ਰਹਮ ਗਿਆਨ ਦੇ ਸੂਰਜ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਦਾਤਾ ਸੁਆਮੀ ਜੀ ਗੌੜੀ ਰਾਗ ਦੇ ਅੰਦਰ ਪਾਵਨ ਉਪਦੇਸ਼ ਫਰਮਾ ਰਹੇ ਹਨ ਜੀ। ਕੋ ਮਾਏ ਭੁਲਿਓ ਮਨ ਸਮਝਾਵੈ। ਸਿੱਖਾਂ ਨੇ ਬੇਨਤੀ ਕੀਤੀ ਹੈ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਜਿਹੜਾ ਮਨ ਹੈ ਨਾਮ ਦੇ ਚਿੰਤਨ ਦੇ ਅੰਦਰ ਇਕਾਗਰ ਨਹੀਂ ਹੁੰਦਾ ਹੈ, ਨਾਮ ਦਾ ਚਿੰਤਨ ਨਹੀਂ ਕਰਦਾ ਹੈ, ਨਾਮ ਦੀ ਚਿਤਵਨੀ ਨਹੀਂ ਚਿਤਵਦਾ ਹੈ। ਸੱਚੇ ਪਾਤਸ਼ਾਹ ਅੰਤਰਮੁਖੀ ਬਿਰਤੀ ਨੂੰ ਧਾਰਨ ਨਹੀਂ ਕਰਦਾ, ਬਾਹਰਮੁਖੀ ਬਿਰਤੀ ਨੂੰ ਧਾਰਨ ਕਰਕੇ ਵਿਵਹਾਰਾਂ ਦੇ ਅੰਦਰ ਮਾਇਆ ਦੇ ਮੋਹ ਦੇ ਅੰਦਰ ਸੱਚੇ ਪਾਤਸ਼ਾਹ ਬਹੁਤੀਆਂ ਹੀ ਦੌੜਾਂ ਲਾਉਂਦਾ ਹੈ, ਬੜਾ ਭੱਜਦਾ ਫਿਰਦਾ ਹੈ। ਗਰੀਬ ਨਿਵਾਜ ਇਹ ਜਿਹੜਾ ਮਨ ਹੈ ਇਹ ਟਿਕਦਾ ਨਹੀਂ ਹੈ ਜੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਉਪਦੇਸ਼ ਬਖਸ਼ਿਸ਼ ਕਰਨਾ ਕਰਦੇ ਨੇ, ਸਿੱਖੋ ਇਹ ਜਿਹੜਾ ਮਨ ਹੈ ਨਾ ਇਹ ਤੇ ਕੋਈ ਕਿਸੇ ਵਿਰਲੇ ਵਿਰਲੇ ਨਹੀਂ ਸਮਝਾਇਆ ਹੈ। ਮਾਈ ਦਾ ਅਰਥ ਹੈ ਮਾਂ। ਇਸੇ ਪ੍ਰਕਾਰ ਮਾਂ ਸਭ ਤੋਂ ਨੇੜੇ ਵਾਲਾ ਰਿਸ਼ਤਾ ਹੁੰਦਾ ਨਾ। ਤੇ ਗਰੀਬ ਨਿਵਾਜ ਫਰਮਾਨ ਕਰਦੇ ਨੇ, ਹੇ ਮੇਰੀ ਮਾਂ ਅਥਵਾ ਮਾਤਾ ਤੇ ਪਿਤਾ ਦੀ ਨਿਆਏ ਨੇ ਪ੍ਰਮਾਤਮਾ ਜੀ, ਹੇ ਮੇਰੇ ਮਾਤਾ ਸਰੂਪ ਪਿਤਾ ਸਰੂਪ ਪ੍ਰਮਾਤਮਾ ਜੀ ਕਿਰਪਾਲਤਾ ਕਰਕੇ ਜੀਵਾਂ ਨੂੰ ਸੋਝੀ ਦਿਓ ਜਿਹੜਾ ਭੁੱਲਿਓ ਮਨ ਸਮਝਾਵੈ। ਆਪ ਜੀ ਦੇ ਉਪਦੇਸ਼ ਦੇ ਨਾਲ ਭੁੱਲੇ ਹੋਏ ਮਨ ਨੂੰ ਆਪ ਜੀ ਦੇ ਨਾਮ ਦੇ ਅੰਦਰ ਜੁੜਨੇ ਦੀ ਸੂਝ ਆ ਜਾਵੇ, ਸਮਝ ਆ ਜਾਵੇ। ਇਸੇ ਹੀ ਪ੍ਰਕਾਰ ਕੋ
ਸਮਝਾਵੈ। ਸੰਪਰਦਾਈ ਅਰਥਾਂ ਦੇ ਅਨੁਸਾਰ ਮਾਈ ਦਾ ਅਰਥ ਹੈ ਭਾਈ। ਹੇ ਭਾਈ, ਕੋਊ, ਉਹ ਕੋਊ ਵਿਰਲੇ ਵਿਰਲੇ ਕੋਈ ਕੋਈ ਹੈ ਜਿਸ ਨੇ ਗੁਰ ਉਪਦੇਸ਼ ਦੇ ਸਦਕਾ ਭੂਲਿਓ ਮਨ ਸਮਝਾਵੈ। ਨਾਮ ਦੇ ਵੱਲੋਂ, ਗਿਆਨ ਦੇ ਵੱਲੋਂ, ਸਿਮਰਨ ਦੇ ਵੱਲੋਂ, ਬੰਦਗੀ ਦੇ ਵੱਲੋਂ, ਭਜਨ ਦੇ ਵੱਲੋਂ ਭੁੱਲੇ ਹੋਏ ਆਪਣੇ ਮਨ ਨੂੰ ਸਤਿਗੁਰੂ ਜੀ ਦੇ ਉਪਦੇਸ਼ ਦੇ ਸਦਕਾ ਸਮਝਾਵੈ। ਸਮਝਾ ਲਿਆ ਹੋਵੇ। ਮਨ ਲੋਚੈ ਬੁਰਿਆਈਆਂ ਗੁਰ ਸਬਦੀ ਇਹ ਮਨ ਹੋੜੀਐ। ਉਹ ਵਿਰਲੇ ਵਿਰਲੇ ਨੇ ਜਿਨ੍ਹਾਂ ਨੇ ਨਾਮ ਦੇ ਵੱਲੋਂ ਭੁੱਲੇ ਹੋਏ ਮਨ ਨੂੰ ਗੁਰ ਉਪਦੇਸ਼ ਦੇ ਨਾਲ ਸਮਝਾਵਣਾ ਕੀਤਾ ਹੈ, ਸਮਝ ਸੋਝੀ ਦੇਣਾ ਕੀਤੀ ਹੈ। ਵੇਦ ਪੁਰਾਨ ਸਾਧ ਮਗ ਸੁਨ ਕਰ। ਤੇ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਜਗਤ ਦੇ ਅੰਦਰ ਵੇਦਾਂ ਦੇ ਗਿਆਨੀ, ਸ਼ਾਸਤਰਾਂ ਦੇ ਗਿਆਤਾ, ਪੁਰਾਣਾਂ ਦੇ ਪੜਨ ਵਾਲੇ, ਕਥਨ ਵਾਲੇ, ਕਥਨ ਕਰਕੇ ਸੁਣਾਉਣ ਵਾਲੇ ਬੇਅੰਤ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ। ਉਹਨਾਂ ਦਾ ਮਨ ਤੇ ਸਮਝ ਜਾਂਦਾ ਹੋਵੇਗਾ, ਉਹਨਾਂ ਦੇ ਮਨ ਸਾਡੇ ਵਾਂਗੂ ਨਹੀਂ ਭਟਕਦਾ ਹੋਵੇਗਾ ਨਾ ਜੀ। ਤੇ ਸਾਹਿਬ ਫਰਮਾਉਂਦੇ ਨੇ, ਸਿੱਖੋ, 4 ਵੇਦਾਂ ਦੇ ਪੜਨ ਵਾਲੇ, 18 ਜਿਹੜੇ ਪ੍ਰਾਣ ਨੇ ਉਹਨਾਂ ਦੇ ਕਥਨ ਕਰਨ ਵਾਲੇ, ਇਹ ਵੀ ਮਨ ਦੇ ਹੱਥੋਂ ਦੁਖੀ ਨੇ। ਇਸੇ ਪ੍ਰਕਾਰ ਸਾਧ ਮਗ ਸੁਣ ਕਰ, ਸਾਧੂਆਂ ਦੇ ਪਾਸੋਂ, ਸੰਤਾਂ ਦੇ ਪਾਸੋਂ, ਧਰਮਾਤਮਾ ਦੇ ਪਾਸੋਂ, ਨੇਕ ਆਤਮਾਵਾਂ ਦੇ ਪਾਸੋਂ, ਬੰਦਗੀ ਵਾਲਿਆਂ ਦੇ ਪਾਸੋਂ, ਸਾਧਨ ਸੰਪੰਨ ਸ਼ਾਂਤ ਮਹਾਤਮਾ, ਉਹਨਾਂ ਦੇ ਪਾਸੋਂ ਉਪਦੇਸ਼ ਨੂੰ ਸੁਣ ਕਰਕੇ ਵੀ ਨਿਮਖ ਨਾ ਹਰ ਗੁਣ ਗਾਵੈ। ਜੋ ਇਹ ਜੀਵ ਹੈ, ਨਿਮਖ ਮਾਤਰ ਅੱਖ ਖੋਲਣ ਅਤੇ ਮੀਚਣ ਨੂੰ ਜਿਤਨਾ ਸਮਾਂ ਲੱਗਦਾ, ਇਸ ਨੂੰ ਨਿਮਖ ਮਾਤਰ ਆਖਿਆ ਜਾਂਦਾ ਹੈ। ਵੇਦਾਂ ਨੂੰ ਵੀ ਪੜ੍ਹਦਾ ਹੈ, ਪੁਰਾਣਾਂ ਨੂੰ ਵੀ ਸੁਣਦਾ ਹੈ, ਵਿਚਾਰ ਨੂੰ ਸਰਵਣ ਕਰਦਾ ਹੈ, ਕਥਨ ਕਰਕੇ ਸੁਣਾਉਂਦਾ ਵੀ ਹੈ, ਪਰ ਮਨ ਦੇ ਹੱਥੋਂ ਐਸਾ ਮਜਬੂਰ ਹੈ, ਕਿਉਂਕਿ ਭੁੱਲਿਓ ਮਨ ਤੇ ਭੁੱਲਿਆ ਹੋਇਆ ਹੈ। ਮੁਖ ਦੇ ਵਿੱਚੋਂ ਕਥਨ ਕਰਕੇ ਸੁਣਾਉਂਦਾ ਹੈ, ਰੱਟੇ ਮਾਰ ਕੇ ਯਾਦ ਕਰਕੇ ਸੁਣਾ ਦਿੰਦਾ ਹੈ, ਪਰ ਨਿਮਖ ਮਾਤਰ ਵੀ ਹਰੀ ਪਰਮਾਤਮਾ ਜੀ ਦੇ ਨਾਮ ਦੇ ਗੁਣਾਂ ਨੂੰ ਗਾਉਣਾ ਨਹੀਂ ਕਰਦਾ ਹੈ, ਨਾਮ ਦੁਆਰਾ ਮਹਿਮਾ ਦਾ ਕਥਨ ਨਹੀਂ ਕਰਦਾ ਹੈ। ਇਸੇ ਪ੍ਰਕਾਰ ਕਰਮ ਕਾਂਡ ਦੀਆਂ ਗੱਲਾਂ ਬਾਤਾਂ ਬਹੁਤ ਕਰਦਾ ਹੈ। ਵੇਦਾਂ ਦੀਆਂ ਰਿਚਾਂ ਪੜ੍ਹ ਕੇ ਆਪ ਡੁੱਬੇ ਚਾਹੋ ਵੇਦ ਮਹਿ, ਚੇਲੇ ਦੀਏ ਬਹਾਏ। ਐਸੀ ਹਾਲਤ ਹੋ ਰਹੀ ਹੈ। ਤੇ ਜੋ ਵੇਦਾਂ ਦਾ ਤੇ ਪੁਰਾਣਾਂ ਦਾ ਸਿਧਾਂਤ ਹੈ ਨਾ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ, ਬੰਦਗੀ ਨੂੰ ਕਰਨਾ। ਵੇਦਾ ਮਹਿ ਨਾਮ ਉਤਮ ਸੋ ਸੁਣਹਿ ਨਾਹੀ, ਫਿਰ ਇਹ ਜਿਉ ਬੇਤਾਲਿਆ। ਵੇਦਾਂ ਦੇ ਵਿੱਚ ਵੀ ਨਾਮ ਨੂੰ ਉੱਤਮ ਕਹਿਣਾ ਕੀਤਾ ਹੈ। ਉਸ ਨਾਮ ਦੀ ਮਹਿਮਾ ਨੂੰ ਨਹੀਂ ਸੁਣਦਾ ਹੈ, ਨਾਮ ਦੀ ਵਡਿਆਈ ਨੂੰ ਨਹੀਂ ਸੁਣਦਾ ਹੈ। ਨਾਮ ਦੀ ਵਡਿਆਈ ਕਥਨ ਕਰਨੇ ਵਾਲੇ ਜਿਹੜੇ ਬਚਨ ਨੇ, ਸੁਣਦਾ ਹੀ ਨਹੀਂ, ਭਾਵ ਧਾਰਦਾ ਹੀ ਨਹੀਂ ਹੈ। ਤੇ ਬੇਤਾਲਿਆਂ ਵਾਂਗੂ, ਝੱਲਿਆਂ ਵਾਂਗੂ, ਕਮਲਿਆਂ ਵਾਂਗੂ, ਬੌਰਿਆਂ ਵਾਂਗੂ, ਮਸਤਾਨਿਆਂ, ਪਾਗਲਾਂ ਵਾਂਗੂ ਤੁਰਿਆ ਫਿਰਦਾ ਹੈ, ਆਪਣੇ ਜਨਮ ਨੂੰ ਅਜਾਈਂ ਗਵਾ ਰਿਹਾ ਹੈ। ਸਾਧ ਸੰਗਤ ਜੀ, ਵੇਦ ਪੜ੍ਹਨੇ ਦਾ ਭਾਵ ਇਹ ਹੈ, ਗਿਆਨ ਪ੍ਰਾਪਤ ਕਰਨਾ। ਤੇ ਗਿਆਨ ਇਹ ਕਥਨ ਕਰਦਾ ਹੈ ਕਿ ਬੰਦਗੀ ਤੋਂ ਬਿਨਾਂ ਸੁੱਖ ਪ੍ਰਾਪਤ ਨਹੀਂ, ਸਿਮਰਨ ਤੋਂ ਬਿਨਾਂ ਮੁਕਤੀ ਨਹੀਂ। ਸਿਧਾਂਤ ਤੇ ਇਹੋ ਧਾਰਨ ਕਰਨਾ ਸੀ। 18 ਪ੍ਰਾਣ ਪੜ੍ਹ ਲਏ, ਉਹਨਾਂ ਦੇ ਵਿੱਚੋਂ ਵੀ ਗ੍ਰਹਿਣ ਤੇ ਇਹ ਕਰਨਾ ਸੀ, ਬੰਦਗੀ ਕਰ, ਬੰਦਗੀ ਕਰ। ਜੀਵ ਭਲਾ ਚਾਹੁੰਦਾ ਹੈ ਤੇ ਬੰਦਗੀ ਕਰ, ਪਰ ਜਿਹੜਾ ਉਪਦੇਸ਼ ਧਾਰਨ ਕਰਨਾ ਸੀ ਉਹਨੂੰ ਤੇ ਕੰਨ ਹੀ ਨਹੀਂ ਦਿੰਦਾ, ਧਿਆਨ ਹੀ ਨਹੀਂ ਧਰਦਾ, ਉਸ ਉਪਦੇਸ਼ ਨੂੰ ਤੇ ਧਾਰਨ ਹੀ ਨਹੀਂ ਕਰਦਾ। ਤੇ ਸਤਿਗੁਰਾਂ ਦੇ ਬਚਨ ਨੇ, ਚਾਹੇ 4 ਵੇਦਾਂ ਨੂੰ ਪੜ੍ਹ ਲਵੇ, ਜ਼ੁਬਾਨੀ ਯਾਦ ਕਰ ਲਵੇ, ਪੜ੍ਹ ਕੇ ਦੂਜਿਆਂ ਨੂੰ ਵੀ ਸੁਣਾਵੇ, ਪਰ ਜੇ ਨਾਮ ਨਹੀਂ ਜਪਦਾ ਤੇ ਚਾਰੇ ਦੇ ਚਾਰੇ ਵੇਦ ਪੜੇ ਵੀ ਵਿਅਰਥ ਨੇ। 18 ਪ੍ਰਾਣਾਂ ਨੂੰ ਪੜ੍ਹ ਲਵੇ, ਰੱਟੇ ਮਾਰ ਲਵੇ, ਯਾਦ ਕਰ ਲਵੇ, ਅਰਥਾਂ ਨੂੰ ਵਿਚਾਰ ਲਵੇ, ਅਰਥਾਂ ਦੀ ਵਿਚਾਰ ਕਥਨ ਕਰਕੇ ਦੂਜਿਆਂ ਨੂੰ ਵੀ ਸੁਣਾ ਦੇਵੇ, ਪਰ ਜੇ ਨਾਮ ਨਹੀਂ ਜਪਦਾ ਤੇ ਸਾਰਾ ਹੀ ਵਿਅਰਥ ਹੈ। ਕੇਵਲ ਤਾਂ ਕੇਵਲ ਇੱਕ ਕਰਮ ਕਾਂਡ ਹੈ। ਵੇਦ ਪੁਰਾਣ ਪੜ੍ਹਨੇ ਦਾ ਸਿਧਾਂਤ ਇਹ ਹੈ, ਵਾਹਿਗੁਰੂ ਜੀ ਦੀ ਬੰਦਗੀ ਕਰਨੀ। ਜਿਸ ਨੇ ਵਾਹਿਗੁਰੂ ਜੀ ਦੀ ਬੰਦਗੀ ਕਰ ਲਈ, ਸਿਮਰਨ ਕਰ ਲਿਆ, ਭਜਨ ਕਰ ਲਿਆ ਨਾ, ਜੇਕਰ ਉਸਨੇ ਵੇਦ ਨਹੀਂ ਵੀ ਪੜ੍ਹੇ, ਪੁਰਾਣ ਨਹੀਂ ਵੀ ਪੜ੍ਹੇ, ਪਰ ਬੰਦਗੀ ਕਰਦਾ ਹੈ, ਤੇ ਸਾਰੇ ਵੇਦ ਪੁਰਾਣ ਪੜ੍ਹਨੇ ਦਾ ਮਹਾਤਮ ਮਿਲ ਜਾਂਦਾ ਹੈ। ਕਿਉਂਕਿ ਮਹਾਤਮ ਤੇ ਇਹੀ ਹੋ ਸੀ ਕਿ ਨਾਮ ਜਪਣਾ। ਉਸਨੇ ਸਿੱਧਾ ਤਤ ਸਿਧਾਂਤ ਨੂੰ ਧਾਰਨ ਕਰ ਲਿਆ, ਨਾਮ ਜਪ ਲਿਆ, ਵੇਦ ਪੁਰਾਣਾਂ ਦੀਆਂ ਸਾਰੀਆਂ ਹੀ ਸਿੱਖਿਆ ਕਮਾਈਆਂ ਗਈਆਂ।
ਪਰ ਜੇ ਵੇਦਾਂ ਨੂੰ ਪੜ੍ਹਦਾ ਹੈ, ਪੁਰਾਣਾਂ ਨੂੰ ਪੜ੍ਹਦਾ ਹੈ, ਕੁਰਾਨਾਂ ਨੂੰ ਪੜ੍ਹਦਾ ਹੈ, ਧਾਰਮਿਕ ਗ੍ਰੰਥਾਂ ਨੂੰ ਪੜ੍ਹਦਾ ਹੈ, ਅਧਿਆਤਮਿਕ ਪੁਸਤਕਾਂ ਨੂੰ ਪੜ੍ਹਦਾ ਹੈ, ਪਰ ਨਾਮ ਨਹੀਂ ਨਾ ਜਪਦਾ, ਤੇ ਹਜ਼ੂਰ ਫਰਮਾਵਣਾ ਕਰਦੇ ਨੇ ਫਿਰ ਵੇਦ ਸ਼ਾਸਤਰ ਪੁਰਾਣ ਪੜ੍ਹੇ ਸਾਰੇ ਵਿਅਰਥ ਨੇ, ਕਿਸੇ ਵੀ ਕੰਮ ਨਹੀਂ। ਇਹ ਜਿਹੜਾ ਜੀਵ ਹੈ ਭੁੱਲਿਓ ਮਨ, ਐਸੇ ਪ੍ਰਮਾਤਮਾ ਜੀ ਦੇ ਸਿਮਰਨ ਵੱਲੋਂ ਭੁੱਲੇ ਹੋਏ ਮਨ ਵਾਲਾ ਹੈ। 4 ਵੇਦਾਂ ਨੂੰ ਪੜ੍ਹਦਾ ਹੈ, 18 ਪੁਰਾਣਾਂ ਨੂੰ ਪੜ੍ਹਦਾ ਹੈ, ਪੜ੍ਹ ਕੇ ਸੁਣਾਉਂਦਾ ਹੈ। ਸਾਧੂ ਜਨਾਂ ਦੇ ਪਾਸੋਂ ਪ੍ਰਮਾਤਮਾ ਜੀ ਦੀ ਪ੍ਰਾਪਤੀ ਦੇ ਰਸਤੇ ਨੂੰ ਵੀ ਸਰਵਣ ਕਰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਥਨ ਕਰਨਾ ਕਰਦੇ ਨੇ ਨਾ, ਇਹ ਜਿਹੜਾ ਜੀਵ ਹੈ ਪੁੱਛਦਾ ਹੈ ਸਾਧੂ ਮਹਾਤਮਾ ਦੇ ਪਾਸੋਂ, ਜੀ ਪ੍ਰਮਾਤਮਾ ਜੀ ਦੇ ਪ੍ਰੇਮਾ ਭਗਤੀ ਦੇ ਰਸਤੇ ਤੇ ਚੱਲ ਕੇ ਪ੍ਰਾਪਤੀ ਵਾਲਾ ਕਿਵੇਂ ਹੋ ਜਾਵਾਂ? ਤੇ ਜਿਹੜੇ ਸਾਧੂ ਜਨ ਰਸਤਾ ਦੱਸਦੇ ਨੇ, ਪੂਛਤ ਪਥਕ ਤਿਹ ਮਾਰਗ ਨਾ ਧਾਰੈ ਪਗ, ਤੇ ਤਿੰਨਾਂ ਸਾਧੂਆਂ ਦੇ ਪਾਸੋਂ, ਬੰਦਗੀ ਵਾਲਿਆਂ ਦੇ ਪਾਸੋਂ ਪ੍ਰਾਪਤੀ ਦੇ ਸਾਧਨ ਤੇ ਪੁੱਛਦਾ ਹੈ। ਪਰ ਸਾਧੂ ਜਨਾਂ ਨੇ ਜਿਹੜਾ ਪ੍ਰਾਪਤੀ ਦਾ ਸਾਧਨ ਪ੍ਰੇਮਾ ਭਗਤੀ ਦੱਸਿਆ ਹੈ, ਬੰਦਗੀ ਦੱਸਿਆ ਹੈ, ਭਲਿਆ ਸਤ ਸੰਗਤ ਦੇ ਨਾਲ ਮਿਲ ਕਰਕੇ ਜਪਣਾ ਕਰ ਸਤਨਾਮ ਸ੍ਰੀ ਵਾਹਿਗੁਰੂ। ਇਹ ਪ੍ਰੇਮਾ ਭਗਤੀ ਦਾ ਮਾਰਗ ਹੈ। ਵਾਹਿਗੁਰੂ ਜੀ ਬੰਦਗੀ ਦੁਆਰਾ ਮਿਲਦੇ ਨੇ, ਸਾਧ ਸੰਗਤ ਦੁਆਰਾ ਮਿਲਦੇ ਨੇ, ਸਤਿਗੁਰੂ ਜੀ ਦੀ ਕਿਰਪਾਲਤਾ ਦੇ ਸਦਕਾ ਮਿਲਦੇ ਨੇ। ਮਾਰਗ ਨਾ ਧਾਰੈ ਪਗ, ਸਤ ਸੰਗਤ ਰੂਪੀ ਰਸਤੇ ਤੇ ਪੈਰ ਨਹੀਂ ਧਰਦਾ ਹੈ, ਸਤ ਸੰਗਤ ਵਿੱਚ ਆ ਕਰਕੇ ਨਹੀਂ ਬੈਠਦਾ ਹੈ, ਪ੍ਰੇਮਾ ਭਗਤੀ ਨਹੀਂ ਕਰਦਾ ਹੈ, ਅੰਮ੍ਰਿਤ ਵੇਲੇ ਨਹੀਂ ਉੱਠਦਾ ਹੈ। ਸਤਿਗੁਰੂ ਜੀ ਦੇ ਪਾਵਨ ਬਚਨ ਨੇ, ਝਾ ਲਾਗੇ ਉਠ ਨਾਮ ਜਪ ਨਿਸਬਾਸੁਰ ਆਰਾਧ, ਕਾਰਾ ਤੁਝੈ ਨਾ ਵਿਆਪਈ ਨਾਨਕ ਮਿਟੈ ਉਪਾਦ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਸੋਹਣੇ ਸਾਧੂ ਮਹਾਤਮਾ ਦੇ ਪਾਸੋਂ ਸੁਣਦਾ ਵੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲ ਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵੇਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿਦਿਆ ਉੱਠਦਿਆਂ ਹਰ ਨਾਮ ਧਿਆਵੈ। ਇਸ ਪ੍ਰਕਾਰ ਸਾਧ ਮਗ ਸੁਣ ਸਾਧੂ ਜਨਾਂ ਦੇ ਪਾਸੋਂ, ਮਹਾਤਮਾ ਦੇ ਪਾਸੋਂ, ਬੰਦਗੀ ਵਾਲਿਆਂ ਦੇ ਪਾਸੋਂ ਪ੍ਰਮਾਤਮਾ ਜੀ ਦੇ ਪ੍ਰਾਪਤੀ ਦੇ ਉਪਦੇਸ਼ ਨੂੰ ਸੁਣਦਾ ਹੈ। ਪੂਛਤ ਪਥਕ ਤਿਹ, ਪ੍ਰਾਪਤੀ ਦੇ ਰਸਤੇ ਨੂੰ ਪੁੱਛਦਾ ਵੀ ਹੈ। ਮਾਰਗ ਨਾ ਧਾਰੈ ਪਗ, ਪਰ ਪ੍ਰੇਮਾ ਭਗਤੀ ਦੇ ਰਸਤੇ ਤੇ ਮਨ ਅਤੇ ਬੁੱਧੀ ਰੂਪੀ ਚਰਨਾਂ ਨੂੰ ਰੱਖਦਾ ਹੀ ਨਹੀਂ ਹੈ, ਪ੍ਰਮਾਤਮਾ ਜੀ ਦੀ ਤਰਫ ਵੱਧਦਾ ਹੀ ਨਹੀਂ ਹੈ। ਤੇ ਭਾਈ ਗੁਰਦਾਸ ਜੀ ਬਚਨ ਕਰਨਾ ਕਰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਕੇਵਲ ਤਾਂ ਕੇਵਲ ਗੱਲਾਂ ਤੇ ਸੁਣਨ ਦਾ ਯਤਨ ਕਰਨਾ, ਪਰ ਉੱਪਰਲੇ ਸੁਭਾਵ ਤੋਂ ਹਿਰਦੇ ਦੇ ਪਿਆਰ ਨਾਲ ਨਹੀਂ। ਤੇ ਫਿਰ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਐ, ਕੱਲੀਆਂ ਪ੍ਰੇਮ ਵਿਹੂਣੀਆਂ ਖੁਸ਼ਕ ਗਿਆਨ ਦੀਆਂ ਕੋਰੀਆਂ ਗੱਲਾਂ ਕਰਨੀਆਂ, ਤਰਕ ਭਰਪੂਰ ਗੱਲਾਂ ਕਰਨੀਆਂ, ਕਿੰਤੂ ਪਰੰਤੂ ਕਰਨੀ ਤੇ ਕਹਿਣਾ ਜੀ ਵਾਹਿਗੁਰੂ ਜੀ ਦੀ ਚਰਚਾ ਕਰ ਰਹੇ ਆ। ਭਲਿਓ ਇਹ ਚਰਚਾ ਨਹੀਂ, ਨਿੰਦਿਆ ਖਵਾਉਂਦੀ ਹੈ। ਤਰਕਾ ਕਰਨੀਆਂ, ਨਾਮ ਦਾ ਖੰਡਨ ਕਰਨਾ, ਇਸੇ ਪ੍ਰਕਾਰ ਨਾਮ ਨੂੰ ਤੋਤਾ ਰਟਨ ਤੱਕ ਕਹਿਣਾ। ਹਜ਼ੂਰ ਫਰਮਾਵਣਾ ਕਰਦੇ ਨੇ, ਇਸ ਪ੍ਰਕਾਰ ਨਿੰਦਿਆ ਦੇ ਵਿੱਚ ਉਲਝ ਰਿਹਾ ਹੈ। ਜੋ ਸਿਧਾਂਤ ਧਾਰਨ ਕਰਨਾ ਸੀ ਉਹ ਕੀਤਾ ਨਹੀਂ। ਤੇ ਭਾਈ ਗੁਰਦਾਸ ਜੀ ਕਥਨ ਕਰਨਾ ਕਰਦੇ ਨੇ ਕਿ ਵਾਹਿਗੁਰੂ ਜੀ ਦੇ ਦੇਸ਼ ਕੇਵਲ ਤਾਂ ਕੇਵਲ ਪ੍ਰੇਮ ਵਿਹੂਣੀਆਂ ਖੁਸ਼ਕ ਗਿਆਨ ਦੀਆਂ ਗੱਲਾਂ ਕਰਕੇ ਕਿਵੇਂ ਜਾ ਸਕਦਾ ਹੈ। ਇੱਕ ਫਿਰ ਇਹ ਘਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ। ਇੱਕ ਬਹੁਤ ਲੋਕ ਕੇਵਲ ਤਾਂ ਕੇਵਲ ਐਸੇ ਗੱਲਾਂ ਹੀ ਕਰਨ ਵਾਲੇ ਨੇ, ਪਰ ਗੱਲਾਂ ਦੇ ਨਾਲ ਕਿਸੇ ਨੇ ਵਾਹਿਗੁਰੂ ਜੀ ਨੂੰ ਪ੍ਰਾਪਤ ਨਹੀਂ ਕੀਤਾ ਹੈ। ਪੂਛਤ ਸੁਹਾਗਨ ਹੈ ਕਰਮ ਦੁਹਾਗਨ ਕੇ, ਪੁੱਛਦਾ ਹੈ ਉਹਨਾਂ ਨੂੰ ਪ੍ਰਾਪਤੀ ਦਾ ਰਸਤਾ ਜੋ ਸਾਧੂ ਜਨ ਪ੍ਰਮਾਤਮਾ ਜੀ ਦੇ ਪਿਆਰੇ ਸੁਹਾਗ ਵਾਲੇ ਨੇ, ਜਿਨ੍ਹਾਂ ਨੇ ਥਿਰ ਸੁਹਾਗ ਪ੍ਰਮਾਤਮਾ ਜੀ ਨੂੰ ਪਤੀ ਰੂਪ ਵਿੱਚ ਪ੍ਰਾਪਤ ਕਰ ਲਿਆ। ਉਹਨਾਂ ਨੂੰ ਪੁੱਛਦਾ, ਸਖੀਓ ਮਹਾਤਮਾ ਜਨਾ ਤੁਸਾਂ ਕਿਵੇਂ ਪ੍ਰਾਪਤ ਕੀਤਾ? ਤਾਂ ਜਦੋਂ ਉਹਨਾਂ ਨੇ ਦੱਸਣਾ ਕੀਤਾ, ਬਿਰਤੀ ਨੂੰ ਅੰਤਰਮੁਖੀ ਕਰਕੇ, ਨਿਰਹੰਕਾਰ ਹੋ ਕਰਕੇ, ਨਿਮਰਤਾ ਦੇ ਨਾਲ ਗੁਰ ਉਪਦੇਸ਼ਾਂ ਦੀ ਕਮਾਈ ਸਾਧ ਸੰਗਤ ਨਾਲ ਮਿਲ ਕੇ ਕੀਤੀ ਤੇ ਜਪਣਾ ਕੀਤਾ ਸਤਨਾਮ ਸ੍ਰੀ ਵਾਹਿਗੁਰੂ, ਤਾਂ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਪ੍ਰਾਪਤੀ ਕਰਾਈ ਹੈ। ਉਹਨਾਂ ਸੁਹਾਗਣਾ ਦੇ ਪਾਸੋਂ ਪੁੱਛਦਾ, ਮੈਨੂੰ ਪ੍ਰਾਪਤੀ ਕਿਵੇਂ ਹੋ ਜਾਵੇ? ਪਰ ਭੁੱਲਿਓ ਮਨ, ਭੁੱਲੇ ਮਨ ਵਾਲਾ ਐਸਾ ਹੈ ਕਰਮ ਦੁਹਾਗਨ ਕਹਿ। ਸਾਧ ਸੰਗਤ ਜੀ ਜਿਹੜੀ ਸੁਹਾਗਣ ਇਸਤਰੀ ਹੁੰਦੀ ਹੈ, ਪਤੀ ਪਰਾਇਣ ਉਹ ਕਰਕੇ ਰਹਿੰਦੀ ਹੈ, ਪਤੀ ਨੂੰ ਪਰਮੇਸ਼ਰ ਕਰਕੇ ਜਾਣਦੀ ਹੈ।
ਤੇ ਜਿਹੜੇ ਪਤੀ ਦੇ ਹੁੰਦਿਆਂ ਵੀ ਬਾਹਰ ਦੂਸਰਿਆਂ ਦੇ ਨਾਲ ਨੇਹ ਲਾਵੇ ਤੇ ਇਸ ਨੂੰ ਦੁਹਾਗਣ ਆਖਿਆ ਜਾਂਦਾ ਹੈ। ਗੁਰ ਪਰਮੇਸ਼ਰ ਜੀ ਦੇ ਹੁੰਦਿਆਂ ਹੋਇਆਂ ਵੀ ਦੇਵੀ ਦੇਵਤਿਆਂ ਨੂੰ ਪੂਜਦਾ ਹੈ, ਮੜੀਆਂ ਮੱਟਾਂ ਦੀ ਪੂਜਾ ਕਰਦਾ ਹੈ, ਵਰਤ ਇਤਿਆਦਿਕ ਰੱਖਦਾ ਹੈ, ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਕਰਦਾ ਹੈ। ਵਾਹਿਗੁਰੂ ਜੀ ਦੀ ਮਰਿਆਦਾ, ਗੁਰ ਪਰਮੇਸ਼ਰ ਜੀ ਦੀ ਮਰਿਆਦਾ ਨੂੰ ਧਾਰਨ ਨਹੀਂ ਕਰਦਾ। ਇਹ ਪਤੀ ਸਤਿਗੁਰੂ ਜੀ ਦੇ ਹੁੰਦਿਆਂ ਹੋਰਨਾਂ ਦੇ ਨਾਲ ਦੇਹੋ ਲਾਉਣਾ ਦੁਹਾਗਣਾ ਵਾਲੇ ਕਰਮ ਨੇ। ਪੁੱਛਦਾ ਹੈ ਸੁਹਾਗਣਾ ਨੂੰ, ਕਰਮ ਕਰਦਾ ਹੈ ਦੁਹਾਗਣਾ ਵਾਲੇ। ਹਿਰਦੈ ਵਿਚਾਰ, ਹਿਰਦੇ ਕਰਕੇ ਵਿਚਾਰੀ ਹੈ, ਹਿਰਦੇ ਦੇ ਅੰਦਰ ਵਿਚਾਰ ਧਾਰਨ ਕੀਤੇ ਨੇ। ਪਰਾਏ ਰੂਪ ਨੂੰ ਦੇਖ ਕਰਕੇ ਹਿਰਦਾ ਕੱਚੇ ਪਾਰੇ ਵਾਂਗੂ ਅਜੇ ਡੋਲਦਾ ਹੈ, ਕਤ ਸਹਿਜਾ ਬੁਲਾਈ ਹੈ। ਤੇ ਜਦੋਂ ਹਿਰਦੇ ਰੂਪੀ ਸੇਜ ਹੀ ਅਜੇ ਇੰਨੀ ਮੈਲੀ ਹੈ, ਵਿਕਾਰਾਂ ਪਾਪਾਂ ਦੇ ਨਾਲ ਭਰੀ ਹੋਈ ਹੈ, ਤੇ ਪ੍ਰਮਾਤਮਾ ਜੀ ਨੂੰ ਹਿਰਦੇ ਰੂਪੀ ਸੇਜ ਤੇ ਕਿਵੇਂ ਬੁਲਾ ਸਕਦਾ ਹੈ? ਪ੍ਰਮਾਤਮਾ ਜੀ ਐਸੀ ਮੈਲੀ ਹਿਰਦੇ ਦੀ ਸੇਜ ਤੇ ਆ ਕਰਕੇ ਕਿਵੇਂ ਬੈਠਣਗੇ? ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਨ ਕਰਨਾ ਕਰਦੇ ਨੇ, ਐਸਾ ਇਹ ਭੁੱਲੇ ਮਾਰਗ ਵਾਲਾ, ਭੁੱਲੇ ਮਨ ਵਾਲਾ ਪ੍ਰਮਾਤਮਾ ਜੀ ਦੇ ਪ੍ਰਾਪਤੀ ਦੇ ਸਿੱਧੇ ਰਸਤੇ ਤੇ ਨਹੀਂ ਚੱਲਦਾ ਹੈ। ਵੇਦਾਂ ਨੂੰ ਪੁਰਾਣਾਂ ਨੂੰ ਪੜ੍ਹਦਾ ਹੈ, ਸੁਣਦਾ ਹੈ, ਸਾਧ ਜਨਾਂ ਦੇ ਪਾਸੋਂ ਪ੍ਰਾਪਤੀ ਦੇ ਵਾਹਿਗੁਰੂ ਜੀ ਦੀ ਬੰਦਗੀ ਦੇ ਬਚਨਾਂ ਨੂੰ ਸੁਣਦਾ ਹੈ, ਪਰ ਨਿਮਖ ਮਾਤਰ ਵੀ ਆਪ ਹਿਰਦੇ ਦੇ ਪਿਆਰ ਕਰਕੇ ਪ੍ਰਮਾਤਮਾ ਜੀ ਦੇ ਗੁਣਾਂ ਨੂੰ ਨਹੀਂ ਗਾਉਂਦਾ ਹੈ। ਇੱਕ ਕੰਨ ਉਪਦੇਸ਼ ਸੁਣਦਾ ਏ, ਦੂਸਰੇ ਕੰਨ ਕੱਢ ਦਿੰਦਾ ਹੈ। ਕਬੀਰ ਸਤਿਗੁਰ ਸਾਚਾ ਕਿਆ ਕਰੈ, ਜੋ ਸਿੱਖਾ ਮਹਿ ਚੂਕ, ਅੰਧੇ ਏਕ ਨਾ ਲਾਗਈ, ਜਿਉ ਬਾਂਸ ਬਜਾਈਐ ਫੂਕ। ਐਸਾ ਪਾਪੀ ਹੀ ਹੈ ਮੈਂ ਕਾਮ ਵਸਾਏ। ਪਾਪੀ ਸੁਭਾਅ ਵਾਲਾ ਪਾਪੀ ਜੀਵ ਹੋ ਰਿਹਾ, ਹਿਰਦੇ ਦੇ ਅੰਦਰ ਕਾਮ ਭਾਵਨਾ ਵਾਸ਼ਨਾਵਾਂ ਵਸਾ ਕਰਕੇ ਬੈਠਾ ਹੈ, ਵਾਹਿਗੁਰੂ ਜੀ ਦਾ ਨਾਮ ਨਹੀਂ ਵਸਾਉਂਦਾ ਹੈ। ਨਿਮਖ ਮਾਤਰ ਵੀ ਅੱਖ ਝਮਕਣ ਦੇ ਸਮਾਂ ਜਿੰਨਾ ਵੀ ਪਿਆਰ ਦੇ ਨਾਲ ਜੁੜ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਨਹੀਂ ਕਰਦਾ, ਗੁਣਾਂ ਨੂੰ ਨਹੀਂ ਗਾਉਂਦਾ ਹੈ। ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ ਜੀ, ਦੁਰਲਭ ਦੇਹ ਪਾਏ ਮਾਨਸ ਕੇ। ਭਾਈ ਇਹ ਜਿਹੜੀ ਮਨੁੱਖਾ ਦੇਹੀ ਤੈਨੂੰ ਮਿਲੀ ਹੈ ਨਾ, ਬੜੀ ਅਮੋਲਕ ਹੈ, ਬੜੀ ਦੁਰਲਭ ਹੈ, ਬੜੀ ਬੇਸ਼ਕੀਮਤੀ ਹੈ। ਪਰ ਭੁੱਲਿਓ ਮਨ, ਭੁੱਲੇ ਮਨ ਵਾਲਾ ਜਿਹੜਾ ਜੀਵ ਹੈ, ਇਸ ਦੁਰਲਭ ਹੀਰਿਆਂ ਲਾਲਾਂ ਦੇ ਬਦਲੇ ਵੀ ਨਾ ਮਿਲਣੇ ਵਾਲੀ ਦੇਹੀ ਨੂੰ ਪ੍ਰਾਪਤ ਕਰਕੇ ਬਿਰਥਾ ਜਨਮ ਸਿਰਾਵੈ। ਬੰਦਗੀ ਤੋਂ ਬਿਨਾ, ਭਜਨ ਸਿਮਰਨ ਤੋਂ ਬਿਨਾ ਆਪਣੇ ਇਸ ਮਨੁੱਖਾ ਦੇਹੀ ਦੀ ਆਰਬਲਾ ਨੂੰ, ਇਸ ਜਨਮ ਨੂੰ ਬਿਰਥਾ ਹੀ ਸਿਰਾਵੈ ਵਿਹਾਰ ਰਿਹਾ ਹੈ, ਬਤੀਤ ਕਰ ਰਿਹਾ ਹੈ। ਕਿਉਂਕਿ ਦੇਹੀ ਸਫਲੀ ਹੋਣੀ ਹੈ ਨਾਮ ਜਪਣ ਦੇ ਨਾਲ, ਸਵਾਸ ਸਫਲੇ ਹੋਣੇ ਨੇ ਨਾਮ ਜਪਣ ਦੇ ਨਾਲ, ਉਮਰਾਂ ਸਫਲੀ ਹੋਣੀ ਹੈ ਨਾਮ ਜਪਣ ਦੇ ਨਾਲ। ਉਮਰ ਸੋਈ ਵਿੱਚ ਲੇਖੇ ਦੇ, ਜੋ ਯਾਦ ਸਾਈਂ ਦੀ ਵਿੱਚ ਗੁਜ਼ਰੇ, ਪੈਂਦੀ ਮੁਜਰੇ। ਉਮਰ ਓਨੀ ਸਫਲੀ ਹੈ, ਸਰੀਰ ਉਤਨੇ ਸਮਾਂ ਦੇ ਸਫਲਾ ਹੈ, ਸਵਾਸ ਓਨੇ ਸਫਲੇ ਨੇ ਜਿੰਨੇ ਸਾਈਂ ਜੀ ਦੀ ਯਾਦ ਵਿੱਚ ਗੁਜ਼ਰ ਜਾਣ, ਵਾਹਿਗੁਰੂ ਜੀ ਦੀ ਬੰਦਗੀ ਦੇ ਅੰਦਰ ਗੁਜ਼ਰ ਜਾਣ, ਸਿਮਰਨ ਭਜਨ ਕਰਦਿਆਂ ਗੁਜ਼ਰ ਜਾਣ, ਓਨੀ ਹੀ ਉਮਰਾਂ ਲੇਖੇ ਦੇ ਵਿੱਚ ਪੈਂਦੀ ਏ। ਤੇ ਸਤਿਗੁਰੂ ਜੀ ਫਰਮਾਨ ਕਰਨਾ ਕਰਦੇ ਨੇ, ਭੁੱਲਿਓ ਮਨ ਵਾਲਾ ਐਸਾ ਜੀਵ ਹੋ ਰਿਹਾ ਹੈ, ਮਾਇਆ ਦੇ ਮੋਹ ਦੇ ਵਿੱਚ ਲੱਗ ਕਰਕੇ ਆਪਣੀ ਉਮਰ ਨੂੰ ਬਿਰਥਾ ਹੀ ਬਤੀਤ ਕਰ ਰਿਹਾ ਹੈ, ਵਿਹਾਰ ਰਿਹਾ ਹੈ, ਗੁਜ਼ਾਰੀ ਜਾਂਦਾ ਹੈ। ਮਾਇਆ ਮੋਹ ਮਹਾ ਸੰਕਟ ਬਨ। ਜੀਵ ਦੇ ਮਨ ਦਾ ਮੋਹ ਲੱਗਾ ਹੋਇਆ ਹੈ ਮਾਇਆ ਦੇ ਵਿੱਚ। ਤੇ ਸਤਿਗੁਰੂ ਜੀ ਗੁਰ ਪਰਮੇਸ਼ਰ ਜੀ ਕਥਨ ਕਰਦੇ ਨੇ, ਭਲਿਓ ਜਿਵੇਂ ਵੱਡਾ ਭਾਰੀ ਭਿਆਨਕ ਬੀਆਬਾਨ ਜੰਗਲ ਹੋਵੇ, ਉਸ ਦੇ ਵਿੱਚ ਸ਼ੇਰ ਹੋਣ, ਬਘਿਆੜ ਹੋਣ, ਪਾੜੇ ਹੋਣ, ਚੀਤੇ ਹੋਣ, ਖੌਂਖਾਰ ਜਾਨਵਰ ਹੋਣ, ਤੇ ਜੀਵ ਜੰਗਲ ਵਿੱਚ ਚਲੇ ਜਾਵੇ ਤੇ ਰਸਤਾ ਖੁੰਝ ਜਾਵੇ। ਹੁਣ ਰਸਤੇ ਦਾ ਪਤਾ ਨਹੀਂ ਜਾਣਾ ਕਿੱਧਰ ਨੂੰ ਹੈ, ਤੇ ਉੱਥੇ ਜਾਨਵਰ ਬੜੇ ਭਿਆਨਕ ਨੇ, ਤੇ ਉਹ ਜਿਹੜਾ ਦ੍ਰਿਸ਼ ਹੁੰਦਾ ਹੈ, ਮਨ ਹੁੰਦਾ ਹੈ, ਬੜਾ ਖੌਫ ਨੂੰ ਧਾਰਨ ਕਰਦਾ ਹੈ। ਕਿਧਰੋਂ ਸ਼ੇਰ ਦੀ ਦਹਾੜ ਸੁਣ ਜਾਵੇ, ਕਿਧਰੋਂ ਬਾਘ ਚੀਤਾ ਆਉਂਦਾ ਨਜ਼ਰ ਆਵੇ, ਤੇ ਮਨ ਬੜਾ ਦੁਖੀ ਹੁੰਦਾ ਹੈ। ਹੁਣ ਇਹ ਵੀ ਨਹੀਂ ਪਤਾ ਕਿ ਜੰਗਲ ਮੁੱਕਣਾ ਕਿੱਧਰੋਂ, ਜਾਵਾਂ ਕਿੱਧਰ ਨੂੰ, ਦਿਸ਼ਾ ਦਾ ਵੀ ਭਰਮ ਪੈ ਗਿਆ। ਦਿਸ਼ਾ ਭਰਮ ਹੋਣੇ ਕਰਕੇ ਜੰਗਲ ਚੋਂ ਨਿਕਲ ਵੀ ਨਹੀਂ ਸਕਦਾ, ਪਰ ਜੇ ਵਿੱਚ ਰਹੇਗਾ ਤੇ ਮਾਰਿਆ ਜਾਵੇਗਾ। ਇਸੇ ਪ੍ਰਕਾਰ ਇਹ ਜਿਹੜਾ ਸੰਸਾਰ ਹੈ ਨਾ, ਇਹ ਜੰਗਲ ਦੀ ਨਿਆਈ ਹੈ। ਕਿਰਪਾ ਕਰ ਬਨਵਾਰੀਆ,
हे ਜਗਤ ਜੰਗਲ ਦੇ ਮਾਲਕ ਪ੍ਰਮਾਤਮਾ ਜੀ ਸਾਡੇ ਤੇ ਕਿਰਪਾ ਕਰੋ। ਵਨ ਦਾ ਅਰਥ ਜੰਗਲ ਹੈ। ਇਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਕਟ ਵਨ, ਬੜਾ ਦੁਖਦਾਈ, ਸੰਕਟਾਂ ਦਾ ਭਰਿਆ ਹੋਇਆ, ਵਿਘਨਾਂ ਦਾ ਭਰਿਆ ਹੋਇਆ, ਦੁਸ਼ਵਾਰੀਆਂ ਦਾ ਭਰਿਆ ਹੋਇਆ ਇਹ ਸੰਸਾਰ ਰੂਪੀ ਜੰਗਲ ਹੈ। ਇਸ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਸ਼ੇਰ ਗਰਜਦੇ ਨੇ, ਪਾੜ ਖਾਣ ਵਾਸਤੇ ਆਉਂਦੇ ਨੇ, ਰੋਜ਼ ਬਘਿਆੜ ਵਿਕਾਰਾਂ ਰੂਪੀ ਆਉਂਦੇ ਨੇ। ਤੇ ਜਿਹੜਾ ਜੀਵ ਹੈ ਸੰਸਾਰ ਰੂਪੀ ਭਿਆਨਕ ਜੰਗਲ ਦੇ ਵਿੱਚ ਦਿਸ਼ਾ ਭਰਮ ਹੋਣੇ ਕਰਕੇ ਭਰਮ ਗਿਆ ਹੈ ਜੀ। ਦਿਸ਼ਾ ਭਰਮ ਕਿਹੜੀ ਹੈ? ਪਰਮਾਤਮਾ ਜੀ ਦੀ ਦਿਸ਼ਾ ਵੱਲ, ਪਰਮਾਤਮਾ ਜੀ ਦੀ ਤਰਫ ਵੱਲ ਚੱਲਣਾ ਸੀ, ਪ੍ਰੇਮਾ ਭਗਤੀ ਕਰਨੀ ਸੀ। ਪਰ ਪ੍ਰੇਮਾ ਭਗਤੀ ਨੂੰ ਛੱਡ ਕਰਕੇ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਪਿਆਰ ਤੇ ਨਹੀਂ ਲਾਉਂਦਾ। ਮਾਇਆ ਮੋਹ, ਆਪਣੇ ਮਨ ਦਾ ਜਿਹੜਾ ਮੋਹ ਸੀ ਨਾ, ਮਾਇਆ ਨੂੰ ਸੁਖਦਾਈ ਜਾਣ ਕੇ ਉਸ ਦੇ ਵਿੱਚ ਲਗਾ ਕੇ ਬੈਠ ਗਿਆ। ਇਹ ਦਿਸ਼ਾ ਭਰਮ ਹੈ। ਪਰਮਾਤਮਾ ਜੀ ਦੇ ਸਿਮਰਨ ਦੇ ਅੰਦਰ ਚਿੱਤ ਲਾਉਣਾ ਸੀ, ਪਰ ਐਸਾ ਭਰਮ ਪਿਆ ਸੁਖਦਾਈ ਮਾਇਆ ਨੂੰ ਜਾਣ ਕੇ ਉਸ ਦੇ ਵਿੱਚ ਚਿੱਤ ਨੂੰ ਜੋੜ ਬੈਠਾ ਹੈ। ਐਸੇ ਭਿਆਨਕ ਜੰਗਲ ਦੇ ਵਿੱਚ ਦਿਸ਼ਾ ਭਰਮ ਹੋ ਗਿਆ। ਇਸ ਨੂੰ ਮਾਇਆ ਮੋਹ ਮਹਾ ਸੰਕਟ ਬਨ, ਤਾਸਿਓ ਰੁਚ ਉਪਜਾਵੈ। ਤੇ ਮਾਇਆ ਦੀ ਪ੍ਰਾਪਤੀ ਦੇ ਵਿੱਚ ਹੀ ਆਪਣੇ ਮਨ ਦੀ ਰੁਚੀ ਨੂੰ ਉਪਜਾਵੈ, ਪੈਦਾ ਕਰਦਾ ਹੈ। ਜਿਤਨੀ ਮਨ ਦੀ ਰੁਚੀ ਹੈ, ਜਿਤਨੀ ਮਨ ਦੀ ਸੁਰਤੀ ਬਿਰਤੀ ਹੈ, ਸਾਰੀ ਨੂੰ ਮਾਇਆ ਪ੍ਰਾਪਤ ਕਰਨ ਵਾਸਤੇ ਮਾਇਆ ਦੇ ਮੋਹ ਦੇ ਵਿੱਚ ਹੀ ਲਾ ਕਰਕੇ, ਉਰਝਾ ਕਰਕੇ, ਉਰਜ ਕਰਕੇ ਬੈਠ ਗਿਆ ਹੈ। ਅੰਤਰ ਬਾਹਰ ਸਦਾ ਸੰਗ ਪ੍ਰਭ, ਜੋ ਪ੍ਰਭੂ ਪਰਮੇਸ਼ਰ ਜੀ, ਹਰੀ ਪ੍ਰਮਾਤਮਾ ਵਾਹਿਗੁਰੂ ਜੀ ਸਰੀਰ ਦੇ ਅੰਦਰ ਵੀ ਵਸਦੇ ਨੇ ਤੇ ਬਾਹਰ ਸਾਰੇ ਜਗਤ ਸੰਸਾਰ ਦੇ ਅੰਦਰ ਵੀ ਵਸਦੇ ਨੇ। ਤੇ ਇਸ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਲ ਆਪਣੇ ਹਿਰਦੇ ਦਾ ਪਿਆਰ ਇਹ ਨਹੀਂ ਲਾਉਂਦਾ ਹੈ। ਅੰਤਰ ਬਾਹਰ ਸਦਾ ਸੰਗ ਪ੍ਰਭ, ਜਿਹੜੇ ਪ੍ਰਮਾਤਮਾ ਜੀ ਖੰਡਾਂ ਬ੍ਰਹਮੰਡਾਂ ਦੇ ਅੰਦਰ ਵੀ ਵਸਦੇ ਨੇ ਤੇ ਬਾਹਰ ਪਰਲੋਕ ਦੇ ਵਿੱਚ ਵੀ ਵਸਦੇ ਨੇ, ਇਸੇ ਪ੍ਰਕਾਰ ਜੀਵ ਦੇ ਹਿਰਦੇ ਦੇ ਅੰਦਰ ਵੀ ਵਸਦੇ ਨੇ। ਅੰਤਰਮੁਖੀ ਬਿਰਤੀ ਕਰਕੇ ਦੇਖੇ ਤੇ ਅੰਦਰ ਵਸਦੇ ਨਜ਼ਰ ਆਉਣਗੇ ਤੇ ਬਾਹਰ ਮੁਖੀ ਬਿਰਤੀ ਦੇ ਨਾਲ ਬਾਹਰ ਰਮੇ ਹੋਏ ਸਭ ਜਗ੍ਹਾ ਤੇ ਨਜ਼ਰ ਆਉਂਦੇ ਹਨ। ਤੇ ਸਦਾ ਸੰਗ, ਜੋ ਪਰਮਾਤਮਾ ਜੀ ਜੀਵ ਦੇ ਸਦਾ ਹੀ ਅੰਗ ਸੰਗ ਹਨ। ਤਾਸਿਓ ਨੇਹੋ ਨਾ ਲਾਵੈ, ਤੇ ਇਸ ਪਰਮਾਤਮਾ ਜੀ ਦੇ ਨਾਲ ਆਪਣੇ ਹਿਰਦੇ ਦਾ ਪਿਆਰ ਇਹ ਜੀਵ ਨਹੀਂ ਲਾਉਂਦਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਨੇ ਨਾ, ਸੰਗੇ ਸਹਾਈ ਸੋ ਆਵੈ ਨਾ ਚੀਤ, ਜੋ ਬੈਰਾਈ ਤਾਸਿਓ ਪ੍ਰੀਤ। ਜੋ ਪਰਮਾਤਮਾ ਜੀ ਸਦਾ ਹੀ ਅੰਗ ਸੰਗ ਨੇ, ਅੰਗ ਸਰੀਰ ਦੇ ਨਾਲ ਵਸਦੇ ਨੇ, ਅੰਗ ਨਾਮ ਹਿਰਦੇ ਦਾ, ਹਿਰਦੇ ਦੇ ਨਾਲ ਵਸਦੇ, ਹਿਰਦੇ ਦੇ ਅੰਦਰ ਵਸਦੇ ਨੇ, ਉਸ ਵਾਹਿਗੁਰੂ ਜੀ ਦੇ ਨਾਮ ਵਿੱਚ ਆਪਣਾ ਚਿੱਤ ਲਾਉਂਦਾ ਨਹੀਂ। ਜੋ ਬੈਰਾਈ, ਜੋ ਵੈਰੀਆਂ ਦੀ ਨਿਆਈ, ਕਾਮ ਕ੍ਰੋਧ ਵਿਕਾਰ ਨੇ, ਜੋ ਨਾਸ਼ ਕਰਨ ਵਾਲੇ, ਅਭਾਵ ਕਰਨ ਵਾਲੇ ਨੇ, ਤਾਸਿਓ ਪ੍ਰੀਤ, ਉਹਨਾਂ ਦੇ ਨਾਲ ਬਹੁਤਾ ਪਿਆਰ ਕਰਦਾ ਹੈ। ਬੈਰਾਈ ਵੈਰੀ ਨੇ, ਸ਼ੁਭ ਗੁਣਾਂ ਨੂੰ ਹਿਰਦੇ ਵਿੱਚੋਂ ਚੋਰੀ ਕਰ ਲੈਣ ਵਾਲੇ, ਹਰ ਲੈਣ ਵਾਲੇ ਨੇ, ਉਹਨਾਂ ਵਿਕਾਰਾਂ ਦੇ ਨਾਲ ਪਿਆਰ ਲਾ ਕੇ ਪ੍ਰੀਤ ਪਾ ਕੇ ਬੈਠ ਗਿਆ। ਸਤਿਗੁਰੂ ਜੀ ਫਰਮਾਨ ਕਰਨਾ ਕਰਦੇ ਨੇ, ਐਸਾ ਜਿਹੜੇ ਪ੍ਰਮਾਤਮਾ ਜੀ ਦਾ ਪਾਵਨ ਸਰੂਪ ਅੰਦਰ ਵੀ ਸਾਖੀ ਚੇਤਨ ਹੋ ਕਰਕੇ ਵਸ ਰਿਹਾ ਹੈ, ਸਰਬਤ ਜੀਆਂ ਦੇ ਅੰਦਰ ਤੇ ਸਰਬਤ ਸੰਸਾਰ ਦੇ ਅੰਦਰ ਵੀ ਸਾਖੀ ਚੇਤਨ ਹੋ ਕੇ ਵਸ ਰਿਹਾ ਹੈ। ਤੇ ਇਸ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਮਨ ਦੇ ਪਿਆਰ ਨੂੰ ਨਹੀਂ ਲਾਉਂਦਾ ਹੈ। ਨਾਨਕ ਮੁਕਤ ਤਾਹੇ ਤੁਮ ਮਾਨਹੁ। ਤੇ ਸਿੱਖਾਂ ਨੇ ਬੇਨਤੀ ਕਰਨਾ ਕੀਤੀ, ਸੱਚੇ ਪਾਤਸ਼ਾਹ ਇਸ ਪ੍ਰਕਾਰ ਮੋਹ ਮਾਇਆ ਦੇ ਅੰਦਰ ਤੇ ਸਾਰਾ ਹੀ ਸੰਸਾਰ ਉਰਜਿਆ ਪਿਆ, ਅਸੀਂ ਵੀ ਇਸੇ ਮੋਹ ਮਾਇਆ ਦੇ ਅੰਦਰ ਲੱਗੇ ਹਾਂ। ਸਕਿਆਂ ਨੂੰ, ਸੰਬੰਧੀਆਂ ਨੂੰ, ਬਾਪ ਦਾਦੇ ਨੂੰ, ਬਾਬੇ ਪੜਦਾਦੇ ਦਾਦੇ ਨੂੰ ਦੇਖਦੇ ਹਾਂ, ਵੱਡਿਆਂ ਵਡੇਰਿਆਂ ਨੂੰ ਦੇਖਦੇ ਹਾਂ, ਧੰਦੇ ਧੰਧਾਰ ਕਰਨ ਵਾਲੇ ਲੋਕਾਂ ਨੂੰ ਦੇਖਦੇ ਹਾਂ, ਵਿਵਹਾਰੀਆਂ ਨੂੰ ਦੇਖਦੇ ਹਾਂ, ਕਾਰੋਬਾਰੀਆਂ ਨੂੰ ਦੇਖਦੇ ਹਾਂ, ਸੰਸਾਰੀਆਂ ਨੂੰ ਦੇਖਦੇ ਹਾਂ। ਸੱਚੇ ਪਾਤਸ਼ਾਹ ਫਿਰ ਇਸ ਪ੍ਰਕਾਰ ਤੇ ਸਾਰਾ ਹੀ ਸੰਸਾਰ ਮਾਇਆ ਦੇ ਮੋਹ ਵਿੱਚ ਹੀ ਗਲਤਾਨ ਹੈ। ਤੇ ਸਾਹਿਬ ਜੀ, ਜਦੋਂ ਸਾਰਾ ਹੀ ਸੰਸਾਰ ਗਲਤਾਨ ਹੈ, ਸਾਰੇ ਜੀਵ ਮੋਹ ਦੇ ਵਿੱਚ ਖਚਤ ਹੋ ਰਹੇ ਨੇ, ਤਾਂ ਕੀ ਫਿਰ ਕੋਈ ਵੀ ਮੁਕਤ ਨਹੀਂ ਹੋਵੇਗਾ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਮੁਕਤ ਵੀ ਹੈ। ਮਹਾਰਾਜ ਕੌਣ ਲੋਕ ਨੇ ਜਿਹੜੇ ਮੁਕਤ ਨੇ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਸਿੱਖੋ ਮੁਕਤ ਤਾਹੇ ਤੁਮ ਮਨ ਹੋ। ਐਸੇ ਪ੍ਰਾਣੀ ਨੂੰ ਤੁਸੀਂ ਬੰਧਨਾਂ ਤੋਂ ਮੁਕਤ ਮੰਨੋ, ਵਿਕਾਰਾਂ ਤੋਂ ਮੁਕਤ ਜਾਣੋ,
ਮਾਇਆ ਦੀ ਪਕੜ ਤੋਂ ਮੁਕਤ ਜਾਣੋ। ਜਿਹ ਘਟ RAM ਸਮਾਵੈ। ਜਿਸ ਪ੍ਰਾਣੀ ਦੇ ਹਿਰਦੇ ਦੇ ਅੰਦਰ RAM ਜੀ ਦਾ ਨਾਮ ਸਮਾਇਆ ਹੋਇਆ ਹੈ, ਜਿਸ ਦੇ ਹਿਰਦੇ ਦੇ ਅੰਦਰ ਨਾਮ ਵਸ ਗਿਆ ਨਾ, ਉਹ ਸਾਰੇ ਬੰਧਨਾਂ ਤੋਂ ਮੁਕਤ, ਵਿਕਾਰਾਂ ਤੋਂ ਵੀ ਮੁਕਤ, ਮੋਹ ਤੋਂ ਵੀ ਮੁਕਤ, ਕਾਮ ਕ੍ਰੋਧ ਤੋਂ ਵੀ ਮੁਕਤ। ਜਿੱਥੇ ਨਾਮ ਦਾ ਚਾਨਣ ਹੋ ਜਾਂਦਾ ਹੈ, ਨਾਮ ਦਾ ਦੀਵਾ ਬਲ ਜਾਂਦਾ ਹੈ, ਅਥਵਾ ਨਾਮ ਦਾ ਸੂਰਜ ਚੜ ਜਾਂਦਾ ਨਾ, ਉਥੇ ਅਗਿਆਨਤਾ ਦੇ ਬੰਧਨ, ਅਵਿਦਿਆ ਦੇ ਬੰਧਨ, ਮੋਹ ਮਾਇਆ ਦੇ ਬੰਧਨ ਨਹੀਂ ਰਹਿੰਦੇ ਹਨ। ਜਿਵੇਂ ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲਦਾ ਤੇ ਹਨੇਰਾ ਚਲਿਆ ਜਾਂਦਾ, ਪ੍ਰਕਾਸ਼ ਹੋ ਜਾਂਦਾ ਨਾ। ਜਿਸ ਪ੍ਰਾਣੀ ਦੇ ਹਿਰਦੇ ਦੇ ਅੰਦਰ ਨਾਮ ਵਸ ਜਾਂਦਾ ਭਲਿਓ, ਉਹ ਫਿਰ ਜਿਹੜਾ ਮਨ ਹੈ ਭੁੱਲਿਆ ਹੋਇਆ ਮਨ ਨਹੀਂ ਰਹਿ ਜਾਂਦਾ। ਉਹ ਮਨ ਚੇਤਨਤਾਈ ਦੇ ਸਹਿਤ ਹੋ ਜਾਂਦਾ ਹੈ, ਸੁਰਤ ਦੇ ਸਹਿਤ ਹੋ ਜਾਂਦਾ ਹੈ, ਗਿਆਤ ਦੇ ਸਹਿਤ ਹੋ ਜਾਂਦਾ ਹੈ, ਪ੍ਰੇਮ ਦੇ ਸਹਿਤ ਹੋ ਜਾਂਦਾ ਹੈ, ਬੰਦਗੀ ਦੇ ਸਹਿਤ ਹੋ ਜਾਂਦਾ ਹੈ, ਇਕਸਾਰਤਾ ਦੇ ਸਹਿਤ ਹੋ ਜਾਂਦਾ ਹੈ, ਵਾਹਿਗੁਰੂ ਜੀ ਦੇ ਅੰਦਰ ਲੀਨ ਹੋ ਜਾਂਦਾ ਹੈ। ਜਦੋਂ ਪਿਆਰ ਦੇ ਨਾਲ ਜਪਦਾ ਹੈ ਸਤਨਾਮ ਸ੍ਰੀ ਵਾਹਿਗੁਰੂ, ਜਪਦਿਆਂ 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 ਜਦੋਂ ਹਿਰਦੇ ਦੇ ਅੰਦਰ ਨਾਮ ਹੀ ਸਮਾ ਜਾਂਦਾ ਨਾ, ਫਿਰ ਸਾਰੇ ਬੰਧਨ ਟੁੱਟ ਜਾਂਦੇ ਨੇ। ਬੰਧਨ ਤੋੜੈ ਹੋਵੈ ਮੁਕਤ। ਬੰਧਨਾਂ ਨੂੰ ਤੋੜ ਕਰਕੇ ਫਿਰ ਇਹ ਜਿਹੜਾ ਜੀਵ ਹੈ ਮੁਕਤ ਹੋ ਜਾਂਦਾ ਹੈ। ਗਰੀਬ ਨਿਵਾਜ ਸਾਹਿਬ ਜੀ ਫਰਮਾਵਣਾ ਕਰਦੇ ਨੇ, ਸੋਈ ਬ੍ਰਾਹਮਣ ਪੂਜਨ ਜੁਗਤ। ਇਥੇ ਬ੍ਰਾਹਮਣ ਕਿਸੇ ਜਾਤ ਦੀ ਬਾਤ ਨਹੀਂ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਸੋ ਬ੍ਰਾਹਮਣ ਹੈ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਐਸੇ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੀ ਵਿਚਾਰ ਕਰਨੇ ਵਾਲੇ ਨੇ ਨਾ, ਜੋ ਜਿਨ੍ਹਾਂ ਨੇ ਵਿਚਾਰ ਦੇ ਸਹਿਤ, ਪ੍ਰੇਮ ਦੇ ਸਹਿਤ ਹਿਰਦੇ ਦੇ ਅੰਦਰ ਨਾਮ ਨੂੰ ਵਸਾਵਣਾ ਕੀਤਾ ਹੈ, ਸਿੱਖੋ ਉਹ ਹੀ ਸੰਕਟ ਰੂਪੀ ਬਨ ਸੰਸਾਰ ਜੰਗਲ ਦੇ ਵਿਕਾਰਾਂ ਦੇ ਵਿੱਚੋਂ ਮੁਕਤ ਹੋ ਜਾਂਦੇ ਨੇ, ਮੋਹ ਮਾਇਆ ਤੋਂ ਮੁਕਤ ਹੋ ਜਾਂਦੇ ਨੇ। ਦੁਰਲੱਭ ਜਨਮ ਉਹਨਾਂ ਦਾ ਸਫਲਾ ਹੁੰਦਾ ਹੈ। ਆਰਬਲਾ ਉਹਨਾਂ ਦੀ ਵਿਹਾਈ ਹੋਈ ਸਫਲੀ ਹੈ, ਜਿਹੜੇ ਹਿਰਦੇ ਦੇ ਅੰਦਰ ਪਰਮਾਤਮਾ ਜੀ ਦੇ ਨਾਮ ਨੂੰ ਵਸਾ ਕਰਕੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਗੌੜੇ ਮਹਲਾ ਨਵਾਂ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਗੌੜੀ ਰਾਗ ਦੇ ਅੰਦਰ ਵੈਰਾਗਮਈ ਬਾਣੀ ਦੁਆਰਾ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ ਜੀ। ਸਾਧੋ RAM ਸ਼ਰਨ ਬਿਸ਼ਰਾਮਾ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇਹ ਜਿਹੜਾ ਮਨ ਹੈ ਇਸ ਦੀ ਭਟਕਣਾ ਮਿਟੇ ਕਿਵੇਂ, ਤੇ ਸੁਖ ਸਰੂਪ ਪਰਮਾਤਮਾ ਜੀ ਦੇ ਨਾਮ ਦੇ ਅੰਦਰ ਤਦਾਕਾਰ ਕਿਵੇਂ ਹੋ ਜਾਵੇ, ਸਮਾਈ ਕਿਵੇਂ ਹੋਵੇ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਸਾਧੋ ਹੇ ਸ੍ਰੇਸ਼ਟ ਜਨੋ, ਹੇ ਮਹਾਤਮਾ ਜਨੋ, ਹੇ ਪਰ ਉਪਕਾਰੀ ਸਿੱਖੋ, ਸਾਧ ਸੰਗਤ ਜੀਓ, ਅੱਜ ਦੇ ਸਮੇਂ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਭਰਮ ਪੈਦਾ ਕਰਕੇ ਤੇ ਪੰਥ ਨੂੰ, ਕੌਮ ਨੂੰ ਵੰਡਣ ਦਾ ਯਤਨ ਹੋ ਰਿਹਾ ਹੈ। ਤੇ ਬੜੀ ਕਿੰਤੂ ਪਰੰਤੂ ਕੀਤੀ ਜਾਂਦੀ ਹੈ ਕਿ ਕੇਵਲ ਤਾਂ ਕੇਵਲ 10 ਹੀ ਸਾਧੂ ਹੋਏ ਆ ਤੇ 10 ਹੀ ਸੰਤ ਹੋਏ ਨੇ, ਇਹਨਾਂ ਤੋਂ ਇਲਾਵਾ ਨਾ ਕੋਈ ਸਾਧ ਹੈ ਤੇ ਨਾ ਕੋਈ ਸੰਤ ਹੈ। ਉਹ 10 ਸਾਧ 10 ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿੰਦੇ ਨੇ। ਭਾਵੇਂ ਕਿ ਸਤਿਗੁਰੂ ਜੀ ਸ੍ਰੇਸ਼ਟ ਸਾਧ ਨੇ, ਸ੍ਰੇਸ਼ਟ ਸੰਤ ਨੇ, ਸ੍ਰੇਸ਼ਟ ਸਤਿਗੁਰੂ ਜੀ ਨੇ, ਮੁਖੀ ਸਤਿਗੁਰੂ ਜੀ ਨੇ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰਗੁਣ ਸਰੂਪ ਨੇ, ਗੁਰ ਪਰਮੇਸ਼ਰ ਨੇ। ਗੁਰਬਾਣੀ ਦੇ ਵਿੱਚ ਥਾਂ ਪੁਰ ਥਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਵਾਸਤੇ ਸਾਧ ਤੇ ਸੰਤ ਸ਼ਬਦ ਵੀ ਆਇਆ ਤੇ ਕੁਝ ਕੁ ਜਨਾਂ ਤੇ ਜਨ ਸ਼ਬਦ ਵੀ ਆਇਆ। ਹਰ ਕੇ ਜਨ ਸਤ ਗੁਰ ਸਤ ਪੁਰਖਾ, ਹਾਓ ਬਿਨਾਓ ਕਰੋ ਗੁਰ ਪਾਸ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਨੇ, ਹੇ ਹਰੀ ਪਰਮਾਤਮਾ ਜੀ ਦੇ ਜਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਹੇ ਕਰਤਾ ਪੁਰਖ ਦੇ ਸਰੂਪ ਜੀਓ, ਹਾਓ ਬਿਨਾਓ ਕਰੋ ਗੁਰ ਪਾਸ। ਹੇ ਸਤਿਗੁਰੂ ਜੀ, ਮੈਂ ਆਪ ਜੀ ਦੇ ਚਰਨਾਂ ਵਿਖੇ ਇੱਕ ਬੇਨਤੀ ਕਰਦਾ ਹਾਂ, ਅਰਜ਼ ਗੁਜ਼ਾਰਦਾ ਹਾਂ, ਅਰਦਾਸ ਕਰਦਾ ਹਾਂ। ਇਸ ਪੰਕਤੀ ਦੇ ਅੰਦਰ ਸਤਿਗੁਰੂ ਜੀ ਨੂੰ ਜਨ ਵੀ ਕਥਨ ਕੀਤਾ ਹੈ। ਐਵੇਂ ਥਾਂ ਪੁਰ ਥਾਂ ਸਤਿਗੁਰੂ ਜੀ ਦੇ ਵਾਸਤੇ ਜਨ, ਸਾਧ, ਸੰਤ, ਗੁਰੂ ਸ਼ਬਦ ਆਏ ਨੇ। ਪਰ ਸਾਧ ਸੰਗਤ ਜੀ ਵਿਚਾਰ ਨੂੰ ਕਰਕੇ ਦੇਖੀਏ, ਇਥੇ ਸਾਧੋ RAM ਸਰਨ ਬਿਸਰਾਮਾ। ਪਹਿਲੇ 8 ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਚੁੱਕੇ ਨੇ। 10ਵੇਂ ਪਾਤਸ਼ਾਹ ਜੀ ਅਜੇ ਗੁਰਤਾ ਗੱਦੀ ਤੇ ਬੈਠੇ ਨਹੀਂ। ਤੇ ਜੇ ਕਹੀਏ ਗੁਰੂ ਵਾਸਤੇ ਹੀ ਸਾਧ ਸ਼ਬਦ ਆਇਆ, ਤੇ ਫਿਰ ਇੱਥੇ ਸਾਧ ਸ਼ਬਦ ਕਿਹਦੇ ਲਈ ਵਰਤਿਆ ਗਿਆ ਹੈ? ਫਿਰ ਸਾਧੋ ਬਹੁ ਗਿਣਤੀ ਦਾ ਵਾਚਕ ਹੈ। ਜੇ ਕੋਈ ਇਹ ਵੀ ਸਿੱਧ ਕਰਨ ਦਾ ਯਤਨ ਕਰੇ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਿਹਾ ਹੋਵੇਗਾ
ਤੇ ਸਾਧੋ ਬਹੁ ਗਿਣਤੀ ਦਾ ਵਾਚਕ ਹੈ। ਸਾਧੂ ਜਨੋ, ਸਾਧੂ ਮਹਾਤਮਾ ਜਨੋ। ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਰਗੁਣ ਸਰੂਪ ਇੱਕ ਸੀ, ਫਿਰ ਬਹੁਤੇ ਕਿਉਂ ਆਖੇ? ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਸਾਧ ਸ਼ਬਦ ਦੇ ਨਾਲ ਸੰਬੋਧਨ ਕੀਤਾ ਹੈ। ਸਾਧੂ ਕਹੀਏ ਜੋ ਸਾਧਨਾ ਦੇ ਕਰਨ ਵਾਲਾ ਹੈ, ਅਤੁਖ ਸਾਧ ਅਸਾਧ ਸਾਧ ਵਖਾਣੀ ਹੈ। ਜੋ ਸ੍ਰੇਸ਼ਟ ਕਰਮਾਂ ਦੇ ਕਰਨ ਵਾਲਾ ਹੈ, ਸਾਧ ਨਾਮ ਨਿਰਮਲ ਤਾਕੇ ਕਰਮ। ਜਿਸ ਦੇ ਕਰਮ ਨਿਰਮਲ ਨੇ, ਜਿਸ ਦੇ ਨੇਤਰਾਂ ਦੇ ਵਿੱਚ ਮੰਦ ਦ੍ਰਿਸ਼ਟੀ ਨਹੀਂ, ਜਿਸ ਦੇ ਹਿਰਦੇ ਦੇ ਅੰਦਰ ਮਲੀਨਤਾ ਨਹੀਂ, ਜਿਸ ਦਾ ਅੰਮ੍ਰਿਤ ਵੇਲਾ ਸੁੱਤਿਆਂ ਹੋਇਆ ਨਹੀਂ ਬਤੀਤ ਹੁੰਦਾ, ਜੋ ਹੱਥਾਂ ਦੇ ਨਾਲ ਚੋਰੀ ਚਕਾਰੀ ਨਹੀਂ ਕਰਦਾ, ਪਰ ਉਪਕਾਰ ਦੇ ਕਰਮ ਕਰਦਾ ਹੈ, ਭਲਾ ਜਿਸ ਦਾ ਨਿਰਮਲ ਕਰਮਾਂ ਵਾਲਾ ਜੀਵਨ ਹੈ, ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਨੇ ਉਹ ਸਾਧ ਹੈ। ਸਰੀਰ ਕਰਕੇ ਭਾਵੇਂ ਬਾਲਕ ਹੈ, ਭਾਵੇਂ ਬਜ਼ੁਰਗ ਹੈ, ਭਾਵੇਂ ਕਿ ਉਸ ਦੀ ਤਰੁਣ ਜਵਾਨ ਅਵਸਥਾ ਹੈ, ਸਰੀਰ ਚਾਹੇ ਨਰ ਦਾ ਏ, ਚਾਹੇ ਨਾਰੀ ਦਾ ਏ, ਚਾਹੇ ਇਸਤਰੀ ਦਾ ਏ, ਚਾਹੇ ਪੁਰਖ ਦਾ ਏ, ਜੇ ਉਸ ਦਾ ਨਿਰਮਲ ਕਰਮ ਹੈ ਤੇ ਉਹ ਸਾਧ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਸਾਧੂ, ਹੇ ਸਾਧੂ ਜਨੋ, ਮਹਾਤਮਾ ਜੀ ਅਥਵਾ ਹੇ ਗੁਰਸਿੱਖੋ, ਰਾਮ ਸਰਨ ਬਿਸਰਾਮਾ। ਜੋ ਰਾਮ ਰਮਈਆ ਰਮੇ ਹੋਏ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਾ, ਤੇ ਇਸ ਰਾਮ ਜੀ ਦੇ ਚਰਨਾਂ ਦੀ ਨਾਮ ਰੂਪੀ ਸ਼ਰਨ ਦੇ ਵਿੱਚ ਪੈਣਾ ਕਰੀਏ ਤੇ ਜਿਹੜਾ ਮਨ ਹੈ ਇਹ ਵਿਸਰਾਮਾ, ਵਿਸਰਾਮ ਪ੍ਰਾਪਤ ਕਰਦਾ ਹੈ, ਇਹ ਸਥਿਤੀ ਪ੍ਰਾਪਤ ਕਰਦਾ ਹੈ, ਟਿਕਾਓ ਪ੍ਰਾਪਤ ਕਰਦਾ ਹੈ, ਰਹਾਓ ਪ੍ਰਾਪਤ ਕਰਦਾ ਹੈ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਦੀ ਸ਼ਰਨ ਵਿੱਚ ਪੈਣ ਕਰਕੇ। ਵੇਦ ਪੁਰਾਨ ਪੜ੍ਹੇ ਕੋ ਇਹ ਗੁਣ। ਸੱਚੇ ਪਾਤਸ਼ਾਹ ਜੇ ਵੇਦ ਪੁਰਾਣ ਇਤਿਆਦਿਕ ਪੜ੍ਹ ਲਈਏ ਤਾਂ ਕਿ ਮਨ ਟਿਕਦਾ ਨਹੀਂ ਹੈ। ਹਜ਼ੂਰ ਕਿਰਪਾ ਕਰਕੇ ਦੱਸੋ ਜੀ। ਸਿਮਰੇ ਹਰ ਕੋ ਨਾਮਾ। ਤੇ ਗੁਰਦੇਵ ਪਿਤਾ ਜੀ ਫਰਮਾਵਣਾ ਕਰਦੇ ਨੇ, ਹੇ ਸਾਧ ਜਨੋ, ਹੇ ਸੰਤ ਜਨੋ, ਹੇ ਗੁਰਸਿੱਖੋ, ਵੇਦਾਂ ਨੂੰ ਪੜ੍ਹਨੇ ਦਾ, ਪੁਰਾਣਾਂ ਨੂੰ ਪੜ੍ਹਨੇ ਦਾ ਵੀ ਗੁਣ ਇਹੋ ਹੀ ਹੈ, ਸਿੱਖਿਆ ਇਹੋ ਧਾਰਨ ਕਰਨੀ ਹੈ। ਸਿਮਰੇ ਹਰ ਕੋ ਨਾਮਾ। ਵੇਦਾਂ ਪੁਰਾਣਾਂ ਚੋਂ ਸਿੱਖਿਆ ਵੀ ਤੇ ਇਹੋ ਹੀ ਮਿਲਣੀ ਹੈ, ਇਹੋ ਧਾਰਨ ਕਰਨੀ ਹੈ। ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ। ਸਿਮਰੇ ਹਰ ਕੋ ਨਾਮਾ। ਜਿਹੜਾ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਦਾ ਹੈ, ਜਾਣੋ ਉਸਨੇ ਸਾਰੇ ਵੇਦ ਪੜ੍ਹ ਲਏ, ਸਾਰੇ ਪੁਰਾਣ ਪੜ੍ਹ ਲਏ ਤੇ ਉਹਨਾਂ ਦੀ ਸਿੱਖਿਆ ਨੂੰ ਧਾਰਨ ਕਰ ਲਿਆ। ਰਹਾਉ। ਵਿਸ਼ਰਾਮ ਦੇ ਕਰਕੇ ਗਰੀਬ ਨਿਵਾਜ ਸਤਿਗੁਰੂ ਜੀ ਫਰਮਾਨ ਕਰਦੇ ਹਨ ਜੀ। ਲੋਭ ਮੋਹ ਮਾਇਆ ਮਮਤਾ ਫੁਨ। ਪਰ ਜੀਵ ਦੀ ਹਾਲਤ ਕੈਸੀ ਹੋ ਰਹੀ ਹੈ ਤੇ ਜੀਵ ਵਿਕਾਰਾਂ ਤੋਂ ਬਚ ਕਿਵੇਂ ਸਕਦਾ ਹੈ? ਜੀਵ ਜਿਹੜਾ ਹੈ ਲੋਭ ਦੇ ਵਸ ਵਿੱਚ ਨਾ ਹੋਵੇ, ਪਦਾਰਥਾਂ ਨੂੰ ਖਾਣ ਦਾ ਲਾਲਚ, ਇਕੱਠੇ ਕਰਨ ਦਾ ਲਾਲਚ ਨਾ ਹੋਵੇ। ਇਸੇ ਪ੍ਰਕਾਰ ਮਾਇਆ ਨੂੰ ਗਲਤ ਤਰੀਕਿਆਂ ਦੇ ਨਾਲ ਇਕੱਠੇ ਕਰਕੇ ਤੇ ਜੋੜ ਲੈਣ ਦਾ ਮੋਹ ਨਾ ਹੋਵੇ। ਜਿਤਨੀ ਪ੍ਰਾਰਬਧ ਦੇ ਅਨੁਸਾਰ ਮਿਲੀ ਹੈ, ਆਵੇ ਜਾਵੇ ਹਰ ਕੇ ਲੇਖੇ, ਸਾਧੂ ਖੜਾ ਤਮਾਸ਼ਾ ਦੇਖੇ। ਇੱਕ ਹੱਥ ਆਈ ਜਾਵੇ, ਦੂਜੇ ਹੱਥ ਵਰਤਾਈ ਜਾਵੇ, ਭਾਵ ਖਰਚ ਕਰੀ ਜਾਵੇ। ਇਸ ਪ੍ਰਕਾਰ ਮਾਇਆ ਪ੍ਰਾਪਤ ਤੇ ਕਰੇ ਪਰ ਮੋਹ ਧਾਰਨ ਨਾ ਕਰੇ। ਮਾਇਆ ਮਮਤਾ ਫੁਨ। ਇਸ ਪ੍ਰਕਾਰ ਮਾਇਆ ਦੇ ਅੰਦਰ ਮਮਤਾ ਨੂੰ ਧਾਰਨ ਨਹੀਂ ਕਰਨਾ ਹੈ, ਆਪਣਤ ਨੂੰ ਧਾਰਨ ਨਹੀਂ ਕਰਨਾ ਹੈ। ਮਮਤਾ ਹੰਗਤਾ ਤੇ ਮਮਤਾ ਧਾਰਨ ਨਹੀਂ ਕਰਨੀ ਕਿ ਮੇਰੀ ਮਾਇਆ ਹੈ, ਮੈਂ ਸੁਆਮੀ ਹਾਂ, ਮੈਂ ਮਾਲਕ ਹਾਂ, ਮੈਂ ਲੱਖਪਤੀ ਹਾਂ, ਮੈਂ ਕਰੋੜਪਤੀ ਹਾਂ। ਐਸੀ ਬੁਰੀ ਬਿਰਤੀ ਨੂੰ ਧਾਰਨ ਨਾ ਕਰੇ। ਫੁਨ ਪੁਨਾ ਮਾਇਆ ਦੇ ਮੋਹ ਤੋਂ ਵੀ ਨਿਰਲੇਪ ਹੋਵੇ। ਆਓ ਵਿਖਿਆਨ ਕੇ ਸੇਵਾ। ਤੇ ਇਸੇ ਪ੍ਰਕਾਰ ਜੀਵ ਦਾ ਸੁਭਾਅ ਹੈ ਵਿਸ਼ੇ ਵਿਕਾਰਾਂ ਦੀ ਸੇਵਾ ਕਰ ਰਿਹਾ ਹੈ, ਭਾਵ ਵਿਸ਼ੇ ਵਿਕਾਰਾਂ ਨੂੰ ਭੋਗਣ ਵਿੱਚ ਲੱਗਾ ਹੋਇਆ ਹੈ। ਪਿਆਰਿਓ, ਸ੍ਰੇਸ਼ਟ ਜਨ ਉਹ ਹੈ ਆਓ ਅਤੇ ਵਿਸ਼ੇ ਵਿਕਾਰਾਂ ਦੇ ਭੋਗਣ ਤੋਂ ਰਹਿਤ ਹੋਵੇ। ਮਨ ਕਰਕੇ ਤਿੰਨਾਂ ਦੇ ਵਿੱਚ ਕਦੇ ਗਲਤਾਨ ਨਾ ਹੋਵੇ। ਮਨ ਦੀ ਸੁਰਤ ਨੂੰ ਵਿਸ਼ੇ ਵਿਕਾਰਾਂ ਵਿੱਚ ਲਾ ਕਰਕੇ ਨੀਵੀਂ ਨਾ ਹੋਣ ਦੇਵੇ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਮਨ ਨੂੰ ਸਦਾ ਨਿਮਰਤਾ ਭਾਵ ਦੇ ਵਿੱਚ ਰੱਖੇ, ਪਰ ਸੁਰਤ ਸਦਾ ਉੱਚੀ ਆਪਣੀ ਰੱਖਣਾ ਕਰੇ। ਹਰਖ ਸੋਗ ਪਰਸੈ ਜਹ ਨਾਹਨ। ਹਰਖ ਸੋਗ, ਜੋ ਹਰਖ ਅਤੇ ਸੋਗ ਗਮੀ ਤੋਂ ਰਹਿਤ ਹੋਵੇ, ਖੁਸ਼ੀ ਗਮੀ ਦੇ ਵਿੱਚ ਇੱਕ ਰਸ ਅਵਸਥਾ ਦਾ ਧਾਰਨੀ ਹੋਵੇ। ਐਸਾ ਨਾ ਹੋਵੇ ਕਿ ਜਦੋਂ ਖੁਸ਼ੀ ਆਵੇ ਤੇ ਐਸਾ ਟੱਪਦਾ ਫਿਰੇ ਕਿ ਵਾਹਿਗੁਰੂ ਜੀ ਦਾ ਨਾਮ ਹੀ ਭੁੱਲ ਜਾਵੇ, ਤੇ ਜਦੋਂ ਸੋਗ ਆ ਜਾਵੇ ਕਿਧਰੇ ਤੇ ਧਾਹਾਂ ਮਾਰ ਕੇ ਰੋਂਦਾ ਨਾ ਹੋਵੇ। ਭਾਈ ਭਿਖਾਰੀ ਜੀ ਦੀ ਸਾਖੀ ਸਭਨਾਂ ਨੂੰ ਗਿਆਤ ਹੈ।
ਘਰ ਦੇ ਵਿੱਚ ਪੁੱਤਰ ਦੇ ਆਨੰਦ ਕਾਰਜ ਦਾ ਸਮਾਂ ਤੇ ਤਾਂ ਵੀ ਸਮਬਿਰਤੀ ਹੈ। ਤੇ ਜੇ ਵਿਆਹ ਤੋਂ ਅਗਲੇ ਦਿਨ ਹੀ ਪੁੱਤ ਚੜ੍ਹਾਈ ਕਰ ਗਿਆ ਤੇ ਧਾਹਾਂ ਮਾਰ ਕੇ ਰੋਇਆ ਨਹੀਂ। ਵਿਆਹ ਦੇ ਸਮੇਂ ਦਰੀ ਤੱਪੜੇ ਇਤਿਆਦਿ ਕਹਿ ਲਈਏ ਸਿਉਣਾ ਸ਼ੁਰੂ ਕਰ ਦਿੱਤਾ ਸੀ ਕਿ ਪੁੱਤ ਨੇ ਚੜ੍ਹਾਈ ਕਰ ਜਾਣਾ ਤੇ ਇੱਥੇ ਮਕਾਨ ਵੀ ਬੈਠਣੀ ਹੈ, ਇੱਥੇ ਅਫਸੋਸ ਕਰਨ ਵਾਲਿਆਂ ਨੇ ਵੀ ਬੈਠਣਾ ਹੈ। ਇਸ ਪ੍ਰਕਾਰ ਹਰ ਖਸੋਗ ਦੇ ਅੰਦਰ, ਖੁਸ਼ੀ ਗਮੀ ਦੇ ਅੰਦਰ, ਖੁਸ਼ੀ ਤੇ ਗਮੀ ਦਾ ਜਿਹੜਾ ਪ੍ਰਭਾਵ ਹੈ ਤੇ ਇਸ ਦੇ ਮਨ ਨੂੰ ਪਰਸੇ ਨਾ, ਉਸ ਦੇ ਵਿੱਚ ਗਲਤਾਨ ਨਾ ਹੋਵੇ। ਸੋ ਮੂਰਤ ਹੈ ਦੇਵਾ। ਗੁਰ ਪਰਮੇਸ਼ਰ ਜੀ ਕਥਨ ਕਰਨਾ ਕਰਦੇ ਨੇ, ਸਿੱਖੋ ਜਿਸ ਦੇ ਮਨ ਦੀ ਐਸੀ ਉੱਚ ਅਵਸਥਾ ਹੈ ਨਾ, ਸੋ ਮੂਰਤ ਹੈ ਦੇਵਾ। ਦੇਵਾ ਤੋਂ ਭਾਵ ਹੈ ਪ੍ਰਕਾਸ਼ ਸਰੂਪ। ਉਸ ਮੂਰਤ ਨੂੰ, ਉਸ ਹਸਤੀ ਨੂੰ, ਉਸ ਸਰੀਰ ਨੂੰ, ਉਸ ਸ਼ਖਸ ਨੂੰ, ਐਸੇ ਸਾਧ ਜਨ ਨੂੰ ਹਰੀ ਪਰਮਾਤਮਾ ਵਾਹਿਗੁਰੂ ਜੀ ਪ੍ਰਕਾਸ਼ ਸਰੂਪ ਦਾ ਹੀ ਪ੍ਰਤੱਖ ਸਾਖਿਆਤਕਾਰ ਰੂਪ ਜਾਣੋ। ਜਿਹੜਾ ਵਿਕਾਰਾਂ ਤੋਂ ਰਹਿਤ ਹੈ, ਮੋਹ ਮਾਇਆ ਤੋਂ ਰਹਿਤ ਹੈ, ਭੋਗਣ ਇਤਿਆਦਿਕ ਦੇ ਭੋਗਾਂ ਤੋਂ ਰਹਿਤ ਹੈ, ਖੁਸ਼ੀ ਗਮੀ ਤੋਂ ਰਹਿਤ ਹੈ, ਮਾਇਆ ਦਾ ਮੋਹ ਹਿਰਦੇ ਦੇ ਵਿੱਚ ਨਹੀਂ, ਨਿਰਵਿਕਾਰੀ ਜੀਵਨ ਨਹੀਂ, ਪਰ ਉਪਕਾਰ ਵਾਲੀ ਭਾਵਨਾ ਹੈ, ਸੁਰਤ ਜਿਸ ਦੀ ਉੱਚੀ ਹੈ, ਮਨ ਨੂੰ ਨਿਰਮਲ ਕਰਕੇ ਨੀਵਾ ਕਰਕੇ ਰੱਖਦਾ ਨਾ, ਸੰਗਤ ਦੀ ਧੂੜ ਬਣ ਕੇ ਰਹਿੰਦਾ। ਹਜ਼ੂਰ ਫਰਮਾਵਣਾ ਕਰਦੇ ਨੇ, ਉਸ ਨੂੰ ਪ੍ਰਤੱਖ ਵਾਹਿਗੁਰੂ ਦਾ ਹੀ ਰੂਪ ਜਾਣੋ, ਉਸ ਨੂੰ ਬੰਧਨਾਂ ਤੋਂ ਮੁਕਤ ਜਾਣਨਾ ਕਰੋ। ਭਾਈ ਉਹੀਓ ਹੀ ਸਾਧ ਰੂਪ ਆਪਣਾ ਤਨ ਧਾਰਿਆ, ਉਹਨਾਂ ਨੂੰ ਰੱਬ ਸਾਧੂ ਆਖਿਆ ਜਾਂਦਾ ਹੈ। ਰੱਬ ਸਾਧੂ ਨੇ ਉਹ, ਰੱਬ ਦਾ ਪ੍ਰਗਟ ਸਰੂਪ ਨੇ ਉਹ, ਐਸੀ ਭਾਵਨਾ ਵਾਲੇ ਜਿਹੜੇ ਪਿਆਰੇ ਸਾਧਨਾ ਸੰਪੰਨ ਗੁਰਸਿੱਖ ਹਨ। ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ। ਜਿਸ ਦੇ ਵਾਸਤੇ ਨਰਕਾਂ ਦਾ ਮਨ ਦੇ ਵਿੱਚ ਕੋਈ ਡਰ ਨਹੀਂ ਤੇ ਸਵਰਗਾਂ ਵਿੱਚ ਜਾਣ ਦੀ ਕੋਈ ਚਾਹਤ ਨਹੀਂ। ਭਗਤ ਕਬੀਰ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ ਨਾ, ਕਬੀਰ ਨਰਕ ਸੁਰਗ ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ। ਆਪਣੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੁਣ ਮੈਂ ਨਰਕਾਂ ਸਵਰਗਾਂ ਤੋਂ ਰਹਿਤ ਹੋ ਗਿਆ। ਨਾ ਨਰਕਾਂ ਦਾ ਡਰ ਹੈ, ਨਾ ਸਵਰਗਾਂ ਦੀ ਚਾਹਤ ਹੈ। ਸਾਰੇ ਲੋਕ ਕਹਿੰਦੇ ਨੇ ਕਿ ਗਣੇਸ਼ ਜੀ ਦੇ ਬਾਰ-ਬਾਰ ਪੁੱਛਣ ਤੇ ਕਿ ਜਿਹੜਾ ਇੱਥੇ ਮਰੇਗਾ ਕੀ ਬਣੇਗਾ, ਤੇ ਜਾਗਵਲਕ ਰਿਖੀ ਨੇ ਫਿਰ ਸਰਾਪ ਦੇਣਾ ਕੀਤਾ ਸੀ ਮਗਹਰ ਦੀ ਧਰਤੀ ਨੂੰ, ਜਿਹੜਾ ਇੱਥੇ ਮਰੇਗਾ ਉਹ ਖੋਤਾ ਬਣੇਗਾ। ਪਰ ਭਗਤ ਕਬੀਰ ਸਾਹਿਬ ਜੀ ਨੇ ਸਾਰੇ ਭਰਮ ਕੱਢਣੇ ਨੇ ਨਾ, ਨਾ ਨਰਕਾਂ ਦਾ ਡਰ, ਨਾ ਜੂਨੀਆਂ ਦਾ ਡਰ। ਜਿਸ ਵੇਲੇ ਸਰੀਰ ਛੱਡਣਾ ਸੀ, ਮਰਤੀ ਬਾਰ ਮਗਹਰ ਉੱਠ ਆਇਆ। ਕਹਿੰਦੇ ਅਸੀਂ ਤੇ ਮਗਹਰ ਵਿੱਚ ਜਾ ਕੇ ਸਰੀਰ ਛੱਡਾਂਗੇ। ਹਿੰਦੂ ਮਤ ਦੇ ਵਿੱਚ ਉਹਨਾਂ ਦੇ ਇਤਿਹਾਸ ਜਾਂ ਮਿਥਿਹਾਸ ਦੇ ਅਨੁਸਾਰ ਇਹ ਵਿੱਤ ਹੈ, ਇਹ ਮਿੱਥ ਚਲੀ ਆਉਂਦੀ ਹੈ, ਜਿਹੜਾ ਕਾਂਸ਼ੀਪੁਰੀ ਦੇ ਵਿੱਚ ਸਰੀਰ ਛੱਡੇਗਾ ਉਹ ਸਵਰਗਾਂ ਵਿੱਚ ਜਾਵੇਗਾ, ਉਹ ਸ਼ਿਵਪੁਰੀ ਵਿੱਚ ਜਾਵੇਗਾ। ਇਸੇ ਪ੍ਰਕਾਰ ਇੱਕ ਮਿੱਥ ਹੈ ਕਿ ਜਦੋਂ ਸਾਰੀ ਧਰਤੀ ਨਾਸ਼ ਹੁੰਦੀ ਹੈ ਤੇ ਸ਼ਿਵ ਜੀ ਕਾਂਸ਼ੀਪੁਰੀ ਦੀ ਧਰਤੀ ਨੂੰ ਆਪਣੇ ਤਰਸੂਲ ਤੇ ਚੁੱਕ ਲੈਂਦੇ ਨੇ, ਇਸ ਨੂੰ ਨਾਸ਼ ਨਹੀਂ ਹੋਣ ਦਿੰਦੇ। ਇਹ ਮਿੱਥ ਹੈ, ਸੱਚ ਨਹੀਂ ਹੈ। ਪਰ ਉਹਨਾਂ ਦੇ ਵਿੱਚ ਮਿੱਥ ਚਲੀ ਆਉਂਦੀ ਜੀ ਬੜੀ ਪਵਿੱਤਰ ਧਰਤੀ ਹੈ, ਜਿਹੜਾ ਇੱਥੇ ਸਰੀਰ ਛੱਡੇਗਾ ਮੁਕਤ ਉਹ ਹੋਵੇਗਾ। ਪਰ ਭਗਤ ਕਬੀਰ ਸਾਹਿਬ ਜੀ ਨੇ ਜਨਾਵਣਾ ਕੀਤਾ, ਹਰਿ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਨ ਤਰਾਈ। ਪਰਮਾਤਮਾ ਜੀ ਦਾ ਪਿਆਰਾ ਜੇਕਰ ਹੜੰਬੇ ਮਗਹਰ ਦੀ ਧਰਤੀ ਤੇ ਵੀ ਜਾ ਕੇ ਆਪਣਾ ਸਰੀਰ ਛੱਡ ਜਾਵੇ, ਉਹ ਟੇਢੀਆਂ ਜੂਨਾਂ ਵਿੱਚ ਨਹੀਂ ਜਾਵੇਗਾ, ਨਰਕਾਂ ਵਿੱਚ ਨਹੀਂ ਜਾਵੇਗਾ, ਬਲਕਿ ਉਸ ਦੇ ਜਪੇ ਹੋਏ ਨਾਮ ਦੇ ਪ੍ਰਤਾਪ ਦੇ ਸਦਕਾ ਪਹਿਲਾਂ ਵੀ ਜਿੰਨੇ ਜੀਵ ਉੱਥੇ ਮਰੇ ਨੇ ਨਾ, ਉਹ ਵੀ ਸਾਰੇ ਤਰ ਜਾਣਗੇ। ਸਗਲੀ ਸੈਨ ਤਰਾਈ, ਸਾਰਿਆਂ ਨੂੰ ਤਾਰ ਲੈਣਾ ਕਰੇਗਾ। ਇਸੇ ਪ੍ਰਕਾਰ ਸੈਨ ਨਾਮ ਸਾਥੀ ਦਾ ਵੀ ਹੈ। ਮਗਹਰ ਦੀ ਧਰਤੀ ਤੇ ਜਾ ਕੇ ਸਰੀਰ ਛੱਡੇ, ਆਪ ਤੇ ਤਰਨਾ ਹੀ ਹੈ, ਸਾਰੇ ਸਾਥੀ ਵੀ ਉਸਦੇ ਤਰ ਜਾਣਗੇ। ਨਾ ਆਪ ਅਵਗਤ ਜਾਵੇਗਾ, ਨਾ ਸਾਥੀ ਅਵਗਤ ਜਾਣਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਜਿਵੇਂ ਭਾਈ ਤਿਲਕੇ ਨੂੰ ਮਹੇਸ਼ੇ ਜੋਗੀ ਨੇ ਕਿਹਾ ਸੀ ਨਾ, ਮੇਰੇ ਆ ਕੇ ਦਰਸ਼ਨ ਕਰ, ਸਵਰਗ ਦੀ ਚਾਹਤ ਰੱਖ ਕਰਕੇ ਤੇ ਸਵਰਗ ਦੀ ਪ੍ਰਾਪਤੀ ਹੋਵੇਗੀ। ਤੇ ਭਾਈ ਤਿਲਕਾ ਜੀ ਨੇ ਜਵਾਬ ਦੇ ਦੇਣਾ ਕੀਤਾ, ਮੈਂ ਤੇ ਸਵਰਗਾਂ ਵਿੱਚ ਜਾਣਾ ਹੀ ਨਹੀਂ, ਦਰਸ਼ਨ ਆ ਕੇ ਕਰਨਾ ਹੀ ਨਹੀਂ। ਦਰਸ਼ਨ ਕਰਨ ਵਾਸਤੇ ਆਇਆ ਭਾਈ ਤਿਲਕਿਆ, ਜੇ ਮੇਰੇ ਦਰਸ਼ਨ ਨਹੀਂ ਕਰਨੇ ਤੇ ਆਪਣਾ ਦਰਸ਼ਨ ਹੀ ਦੇ ਦੇ। ਤੇ ਭਾਈ ਤਿਲਕੇ ਨੇ ਕੁੰਡਾ ਹੀ ਨਹੀਂ ਖੋਲਿਆ। ਕਹਿੰਦਾ ਜੇ ਮੈਂ ਤੇਰਾ ਦਰਸ਼ਨ ਕੀਤਾ, ਮੈਂ ਤੈਨੂੰ ਦਰਸ਼ਨ ਦੇਵਾਂਗਾ ਤੇ ਮੈਨੂੰ ਤੇਰਾ ਦਰਸ਼ਨ ਹੋ ਜਾਣਾ। ਜੇ ਤੇਰਾ ਦਰਸ਼ਨ ਹੋ ਗਿਆ ਤੇ ਸਵਰਗਾਂ 'ਚ ਜਾਣਾ ਪੈ ਜਾਣਾ, ਮੈਂ ਨਹੀਂ ਜਾਣਾ ਸਵਰਗਾਂ 'ਚ। ਇਸ ਕਰਕੇ ਕੁੰਡਾ ਹੀ ਨਹੀਂ ਖੋਲਣਾ, ਤੇਰਾ ਦੀਦਾਰ ਕਰਨਾ ਹੀ ਨਹੀਂ, ਨਾ ਦਰਸ਼ਨ ਦੇਣਾ ਨਾ ਦਰਸ਼ਨ ਲੈਣਾ। ਫਿਰ ਬੇਨਤੀਆਂ ਕੀਤੀਆਂ, ਭਾਈ ਤਿਲਕਿਆ ਤੇਰੇ ਦੀਦਾਰ ਕਰਨ ਨੂੰ ਚਿੱਤ ਲੋਚਦਾ ਹੈ, ਕਿਰਪਾ ਕਰ ਮੈਂ ਤੇਰੇ ਦਰਸ਼ਨ ਕਰਨਾ ਚਾਹੁੰਦਾ, ਕੁੰਡਾ ਤੇ ਖੋਲ। ਤੇ ਭਾਈ ਤਿਲਕਾ ਜੀ ਕਹਿੰਦੇ, ਮਹੇਸ਼ੇ ਜੋਗੀ ਪਹਿਲਾਂ ਆਪਣਾ ਬਚਨ ਵਾਪਸ ਲੈ,
ਜਿਹੜਾ ਤੂੰ ਕਹਿਣਾ ਨਾ ਤੇਰੇ ਦਰਸ਼ਨ ਕਰਕੇ ਸਵਰਗਾਂ ਦੀ ਪ੍ਰਾਪਤੀ ਹੋਵੇਗੀ, ਮੈਂ ਸਵਰਗਾਂ 'ਚ ਨਹੀਂ ਜਾਣਾ, ਪਹਿਲਾਂ ਬਚਨ ਵਾਪਸ ਲੈ ਕੇ ਤੇਰੇ ਦਰਸ਼ਨ ਕਰਕੇ ਮੈਨੂੰ ਸਵਰਗਾਂ 'ਚ ਨਹੀਂ ਜਾਣਾ ਪਵੇਗਾ, ਤਾਂ ਕੁੰਡਾ ਖੋਲਾਂਗਾ। ਤੇ ਮਹੇਸ਼ੇ ਜੋਗੀ ਨੇ ਬਚਨ ਵਾਪਸ ਲਿਆ ਤੇ ਸਾਧ ਸੰਗਤ ਜੀ ਗੜ੍ਹ ਸ਼ੰਕਰ ਦੇ ਰਹਿਣ ਵਾਲੇ ਭਾਈ ਤਿਲਕੇ ਨੇ ਤਾਂ ਕੁੰਡਾ ਖੋਲ ਕੇ ਦਰਸ਼ਨ ਦਿੱਤੇ ਸੀ। ਜੋਗੀ ਪੈਰੀ ਪੈ ਗਿਆ, ਭਾਈ ਤਿਲਕਿਆ ਕਿਰਪਾ ਕਰ ਮੈਨੂੰ ਆਪਣਾ ਸਿੱਖ ਬਣਾ ਲਾ। ਤੇ ਭਾਈ ਤਿਲਕਾ ਜੀ ਕਹਿੰਦੇ, ਜੋਗੀ ਮੇਰੇ ਚਰਨੀ ਕਾਤੋਂ ਲੱਗਦਾ ਹੈ? ਜੇ ਚਰਨੀ ਲੱਗਣਾ ਤੇ ਉਸ ਗੁਰ ਪਰਮੇਸ਼ਰ ਜੀ ਦੇ ਲੱਗ ਜਿਨ੍ਹਾਂ ਦੇ ਚਰਨੀ ਮੈਂ ਲੱਗਿਆ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨੀ ਪਾ ਕਰਕੇ ਇਸ ਦੇ ਹਿਰਦੇ ਨੂੰ ਸ਼ਾਂਤ ਕਰਨਾ ਕੀਤਾ ਸੀ। ਇਸ ਪ੍ਰਕਾਰ ਜਿਹੜੇ ਸਤਿਗੁਰੂ ਜੀ ਦੇ ਪਿਆਰੇ ਨੇ, ਹਜ਼ੂਰ ਫਰਮਾਵਣਾ ਕਰਦੇ ਨੇ, ਉਹ ਸਵਰਗਾਂ ਤੋਂ ਤੇ ਨਰਕਾਂ ਤੋਂ ਰਹਿਤ ਹੁੰਦੇ ਨੇ। ਸਵਰਗਾਂ ਦੀ ਚਾਹਤ ਨਹੀਂ, ਨਰਕਾਂ ਦਾ ਕਿਸੇ ਪ੍ਰਕਾਰ ਡਰ ਨਹੀਂ। ਇਸੇ ਪ੍ਰਕਾਰ ਹਜ਼ੂਰ ਫਰਮਾਉਂਦੇ ਨੇ, ਅੰਮ੍ਰਿਤ ਬਿਖ ਇਹ ਸਭ, ਉਹਨਾਂ ਵਾਸਤੇ ਅੰਮ੍ਰਿਤ ਅਤੇ ਜ਼ਹਿਰ ਜਿਹੜਾ ਇੱਕ ਬਰਾਬਰ ਹੀ ਹੁੰਦਾ ਹੈ। ਦੇਵਤਿਆਂ ਦੇ ਪਾਸੋਂ ਲਿਆ ਕੇ ਕੋਈ ਅੰਮ੍ਰਿਤ ਪਿਆ ਦੇਵੇ, ਚਾਹੇ ਕੋਈ ਜ਼ਹਿਰ ਦਾ ਪਿਆਲਾ ਪਿਆ ਦੇਵੇ, ਉਹ ਉਹਨਾਂ ਵਾਸਤੇ ਇੱਕ ਬਰਾਬਰ ਹੀ ਹੁੰਦਾ ਹੈ, ਇੱਕੋ ਜਿਹਾ ਬਰਾਬਰ ਸਮ ਦ੍ਰਿਸ਼ਟੀ ਜੂ ਹੋਏ। ਸੰਤ ਬਾਬਾ ਆਇਆ ਸਿੰਘ ਜੀ, ਤਿੰਨਾਂ ਨੂੰ ਇੱਕ ਨਿੰਦਕ ਪੁਰਸ਼ ਸੀ, ਉਹਨਾਂ ਦੀ ਗੱਦੀ ਹਥਿਆਉਣਾ ਚਾਹੁੰਦਾ ਸੀ ਕਿ ਇਹਨਾਂ ਦੀ ਜਗ੍ਹਾ ਤੇ ਮਹੰਤ ਮੈਂ ਬਣ ਜਾਵਾਂ, ਇਹ ਮੱਥੇ ਮੈਨੂੰ ਟਿਕਣ, ਪੂਜਾ ਮੇਰੀ ਹੋਵੇ, ਮਾਣ ਮੇਰਾ ਹੋਵੇ, ਪ੍ਰਤਿਸ਼ਠਤਾ ਮੇਰੀ ਵਧੇ। ਸਾਧ ਸੰਗਤ ਜੀ, ਇਹ ਜਿਹੜੀ ਮਾਣ ਦੀ ਭੁੱਖ ਹੈ ਨਾ, ਇਹ ਵੱਡੇ ਵੱਡੇ ਅਨਰਥ ਕਰਵਾ ਦਿੰਦੀ ਏ। ਸੰਤਾਂ ਮਹਾਤਮਾ ਨੂੰ, ਬਾਬਾ ਆਇਆ ਸਿੰਘ ਸਾਹਿਬ ਜੀ ਨੂੰ ਜ਼ਹਿਰ ਦਾ ਪਿਆਲਾ, ਭਾਵ ਦੁੱਧ ਦੇ ਵਿੱਚ ਜ਼ਹਿਰ ਪਾ ਕੇ ਦੇ ਦਿੱਤਾ ਹੈ ਕਿ ਜ਼ਹਿਰ ਪੀ ਲੈਣਗੇ, ਚੜ੍ਹਾਈ ਕਰ ਜਾਣਗੇ। ਤੇ ਜਦੋਂ ਸੰਤਾਂ ਦੇ ਅੱਗੇ ਪੇਸ਼ ਕੀਤਾ ਤੇ ਮਹਾਂਪੁਰਖ ਹੱਸ ਕੇ ਕਹਿੰਦੇ, ਭਲਿਆ ਤੂੰ ਪੀ ਲੈਣਾ ਸੀ, ਇਹ ਦੁੱਧ ਤੂੰ ਛਕ ਲਾ। ਮਹਾਂਪੁਰਖ ਤੇ ਜਾਣਦੇ ਨੇ, ਹੱਥ ਜੋੜ ਕੇ ਕਹਿਣ ਲੱਗਾ, ਨਹੀਂ ਮਹਾਂਪੁਰਖੋ, ਤੁਹਾਡੇ ਵਾਸਤੇ ਲੈ ਕੇ ਆਇਆ, ਕਿਰਪਾ ਕਰਕੇ ਤੁਸੀਂ ਹੀ ਛਕੋ। ਤੇ ਮਹਾਂਪੁਰਖ ਹੱਸ ਕੇ ਕਹਿੰਦਾ, ਜੇਕਰ ਤੇਰੀ ਐਸੀ ਭਾਵਨਾ ਤੇ ਲਿਆ, ਫਿਰ ਅਸੀਂ ਛਕ ਲੈਨੇ ਆ। ਮੁਖ ਚੋਂ ਉਚਾਰਿਆ ਸਤਨਾਮ ਸ੍ਰੀ ਵਾਹਿਗੁਰੂ। ਗਟ ਗਟ ਕਰਦਾ ਸਾਧ ਸੰਗਤ ਜੀ ਜ਼ਹਿਰ ਮਿਲਿਆ ਹੋਇਆ ਸਾਰਾ ਦੁੱਧ ਦਾ ਪਿਆਲਾ ਛਕ ਗਏ। ਹੁਣ ਨਿੰਦਕ ਵਿਚਾਰਾ ਬੈਠਾ ਢੀਕੀ ਜਾਂਦਾ, ਮਹਾਂਪੁਰਖਾਂ ਦਾ ਸਰੀਰ ਵਿਚਲਿਤ ਹੋਵੇਗਾ, ਘਬਰਾਹਟ ਹੋਵੇਗੀ, ਸਰੀਰ ਨੂੰ ਕੁਝ ਹੋਵੇਗਾ, ਚੜ੍ਹਾਈ ਕਰਨਗੇ। ਪਰ ਹੈਰਾਨ ਹੋਇਆ, ਜ਼ਹਿਰ ਨੇ ਕੀਤਾ ਹੀ ਕੁਛ ਨਹੀਂ। ਕੁਝ ਦਿਨ ਲੰਘੇ ਨੇ, ਦੂਜੀ ਵਾਰ ਫਿਰ ਦੁੱਧ ਦੇ ਵਿੱਚ ਫਿਰ ਜ਼ਹਿਰ ਪਾ ਕੇ ਲੈ ਕੇ ਆਂਦਾ। ਫਿਰ ਮਹਾਂਪੁਰਖਾਂ ਨੂੰ ਪਿਲਾਇਆ, ਮਹਾਂਪੁਰਖਾਂ ਨੇ ਫਿਰ ਪੀ ਲਿਆ, ਹੋਇਆ ਤਾਂ ਵੀ ਕੁਛ ਨਹੀਂ ਟਲਿਆ। ਤੀਜੀ ਵਾਰ ਫਿਰ ਦੁੱਧ ਦੇ ਵਿੱਚ ਜ਼ਹਿਰ ਪਾ ਕੇ ਲੈ ਕੇ ਆਇਆ, ਫਿਰ ਵੀ ਮਹਾਂਪੁਰਖਾਂ ਨੇ ਪੀ ਲਿਆ। ਤੇ ਗੁਰਬਾਣੀ ਅਰਥ ਭੰਡਾਰ ਦੇ ਅੰਦਰ ਵੀ ਇਹ ਬਚਨ ਲਿਖੇ ਹੋਏ ਨੇ, 3 ਵਾਰ ਮਹਾਂਪੁਰਖਾਂ ਨੇ ਜ਼ਹਿਰ ਵਾਲਾ ਦੁੱਧ ਪੀਤਾ ਪਰ ਕੁਛ ਵੀ ਨਹੀਂ ਹੋਇਆ। ਆਪਣੀ ਆਰਬਲਾ ਪੂਰੀ ਭੋਗ ਕੇ ਫਿਰ ਸਰੀਰ ਸ਼ਾਂਤ ਕੀਤਾ। ਨਿੰਦਕ ਵਿਚਾਰਾ ਬੜਾ ਪਰੇਸ਼ਾਨ ਹੋਇਆ, 3 ਵਾਰ ਜ਼ਹਿਰ ਪਿਲਾ ਦਿੱਤਾ, 1 ਵਾਰ ਪੀ ਕੇ ਕੋਈ ਬਚਦਾ ਨਹੀਂ ਹੈ, 3 ਵਾਰ ਪੀ ਕੇ ਹੋਇਆ ਹੀ ਕੁਛ ਨਹੀਂ। ਕਿਸੇ ਦੇ ਨਾਲ ਗੱਲ ਕੀਤੀ ਤੇ ਮਹਾਂਪੁਰਖਾਂ ਨੂੰ ਪੁੱਛਣਾ ਕੀਤਾ ਕਿਸੇ ਨੇ, ਮਹਾਤਮਾ ਜੀ ਸਾਰੇ ਸੰਸਾਰ ਨੂੰ ਜ਼ਹਿਰ ਮਾਰਦਾ ਪਰ ਮਹਾਤਮਾ ਨੂੰ ਕੁਛ ਕਿਉਂ ਨਹੀਂ ਕਹਿੰਦਾ? ਸਿੱਧਾ ਤਾਂ ਨਹੀਂ ਪੁੱਛਦੇ ਵੀ ਤੁਸੀਂ ਕਿਉਂ ਨਹੀਂ ਮਰੇ, ਬਹਾਨੇ ਨਾਲ ਪੁੱਛਦੇ ਨੇ ਮਹਾਤਮਾ ਨੂੰ ਕੁਛ ਕਿਉਂ ਨਹੀਂ ਹੁੰਦਾ। ਤੇ ਮਹਾਤਮਾ ਜੀ ਕਹਿਣ ਲੱਗੇ, ਬਾਬਾ ਆਇਆ ਸਿੰਘ ਸਾਹਿਬ ਜੀ ਕਹਿਣ ਲੱਗੇ, ਭਲਿਓ ਜਿੱਥੇ ਜਾ ਕੇ ਹਿਰਦੇ ਦੇ ਅੰਦਰ ਜ਼ਹਿਰ ਨੇ ਪ੍ਰਭਾਵ ਪਾਉਣਾ, ਆਪਣਾ ਅਸਰ ਕਰਨਾ ਸੀ, ਉੱਥੇ ਤੇ ਪ੍ਰਮਾਤਮਾ ਜੀ ਦਾ ਨਾਮ ਟਿਕਿਆ ਹੋਇਆ, ਹੁਣ ਰੱਬ ਦੇ ਨਾਮ ਤੇ ਜ਼ਹਿਰ ਦਾ ਕਾਹਦਾ ਅਸਰ ਹੋਵੇ। ਇਸ ਕਰਕੇ ਮਹਾਤਮਾ ਸਮਦ੍ਰਿਸ਼ਟਾ ਹੁੰਦੇ ਨੇ। ਸੋ ਜੈਸਾ ਮਾਨ ਤੈਸਾ ਅਭਿਮਾਨ, ਐਸੀ ਸਮਦ੍ਰਿਸ਼ਟੀ, ਕੋਈ ਭਲੇ ਦੇ ਬਚਨ ਕਹਿ ਜਾਵੇ, ਕੋਈ ਉਸਤਤ ਕਰ ਜਾਵੇ, ਕੋਈ ਨਿੰਦਿਆ ਕਰ ਜਾਵੇ, ਕੋਈ ਤਿੰਨਾਂ ਨੂੰ ਪਰਵਾਹ ਨਹੀਂ ਹੁੰਦੀ। ਇਸ ਪ੍ਰਕਾਰ ਉਹਨਾਂ ਨੂੰ ਅੰਮ੍ਰਿਤ ਤੇ ਜ਼ਹਿਰ ਇੱਕ ਬਰਾਬਰ ਹੀ ਹੋਇਆ ਕਰਦੀ ਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਨਰਕਾਂ ਦਾ ਕਿਸੇ ਪ੍ਰਕਾਰ ਤਿੰਨਾਂ ਨੂੰ ਡਰ ਨਹੀਂ, ਸਵਰਗਾਂ ਦੀ ਚਾਹਤ ਨਹੀਂ। ਦੇਵਤਿਆਂ ਦੇ ਪਾਸੋਂ ਕੋਈ ਅੰਮ੍ਰਿਤ ਲਿਆ ਕੇ ਪਿਲਾ ਦੇਵੇ, ਦੁੱਧ ਦੇ ਵਿੱਚ ਕੋਈ ਜ਼ਹਿਰ ਪਾ ਕੇ ਪਿਲਾ ਦੇਵੇ, ਸਮ ਬਿਰਤੀ ਹੀ ਰਹਿੰਦੇ ਹਨ। ਇਸੇ ਪ੍ਰਕਾਰ ਵਿਚਲਿਤ ਹੋ ਕੇ ਸਰਾਪ ਇਤਿਆਦਿਕ ਵੀ ਨਹੀਂ ਦਿੰਦੇ। ਤਿਉ ਕੰਚਨ ਅਰ ਪੈਸਾ, ਤਿੰਨਾਂ ਦੀ ਨਦਰ ਦੇ ਵਿੱਚ ਉਹੋ ਜਿਹਾ ਹੀ ਕੰਚਨ ਹੈ ਤੇ ਉਹੋ ਜਿਹਾ ਪੈਸਾ ਤਾਂਬਾ ਹੈ। ਸਾਧ ਸੰਗਤ ਜੀ, ਉਸ ਸਮੇਂ ਦੇ ਅੰਦਰ ਜਿਹੜੇ ਪੈਸੇ ਸਿੱਕੇ ਇਤਿਆਦਿਕ ਹੋਇਆ ਕਰਦੇ ਸਨ, ਉਹ ਤਾਂਬੇ ਦੇ ਹੋਇਆ ਕਰਦੇ ਸਨ। ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨੇ ਵੀ ਗੁਰਬਾਣੀ ਅਰਥ ਭੰਡਾਰ ਦੇ ਅੰਦਰ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਨੇ ਵੀ ਇਸੇ ਪ੍ਰਕਾਰ ਸਿਧਾਂਤਕ ਸਟੀਕ ਦੇ ਅੰਦਰ ਭਾਈ ਮਨੀ ਸਿੰਘ ਸਾਹਿਬ ਜੀ ਨੇ ਵੀ ਇਸੇ ਜੋ ਅਰਥ ਪੈਸਾ ਪਾਠ ਆਇਆ ਹੈ, ਇਸ ਦਾ ਅਰਥ ਤਾਂਬਾ ਕੀਤਾ ਹੈ, ਕਿਉਂਕਿ ਇਸ ਸਮੇਂ ਪੈਸਾ ਤਾਂਬੇ ਦਾ ਹੁੰਦਾ ਸੀ।
ਉਹਨਾਂ ਦੇ ਕੋਲ ਚਾਹੇ ਕਿਤਨਾ ਵੀ ਪੈਸਾ ਆ ਜਾਵੇ, ਕਿਤਨਾ ਵੀ ਤਾਂਬਾ ਆ ਜਾਵੇ, ਕਿੰਨਾ ਵੀ ਸੋਨਾ ਆ ਜਾਵੇ, ਭਾਵ ਭਾਵੇਂ ਸੋਨਾ ਆ ਜਾਵੇ, ਭਾਵੇਂ ਕੋਈ ਹੋਰ ਧਾਤ ਆ ਜਾਵੇ, ਸਮਬਿਰਤੀ ਰਹਿੰਦੇ ਨੇ। ਦੂਸਰੀ ਧਾਤ ਨੂੰ ਦੁਰਕਾਰਦੇ ਨਹੀਂ ਤੇ ਸੋਨੇ ਨਾਲ ਕੋਈ ਬਹੁਤਾ ਮੋਹ ਪਿਆਰ ਨਹੀਂ ਕਰਦੇ ਹਨ। ਐਸੀ ਤਿੰਨਾਂ ਦੀ ਬਿਰਤੀ ਹੋ ਜਾਂਦੀ ਹੈ। ਤੈਸਾ ਸਵਰਨ, ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ, ਤੈਸੀ ਬਿਖ ਖਾਟੀ, ਤੈਸਾ ਮਾਨ, ਤੈਸਾ ਅਭਿਮਾਨ, ਤੈਸਾ ਰੰਕ, ਤੈਸਾ ਰਾਜਾਨ। ਜੋ ਵਰਤਾਏ, ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਕਲਾ ਵਰਤਾਉਂਦੇ ਨੇ, ਸਾਈ ਜੁਗਤ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਦਰ ਜੁਗਤ ਜੁੜੇ ਹੀ ਰਹਿੰਦੇ ਨੇ। ਐਸਾ ਤਿਨਾਂ ਦਾ ਜੀਵਨ ਹੁੰਦਾ ਹੈ। ਮਿੱਟੀ ਨੂੰ ਤੇ ਸੋਨੇ ਨੂੰ ਬਰਾਬਰ ਕਰਕੇ ਮੰਨਦੇ ਨੇ। ਇਤਿਹਾਸ ਦੇ ਵਿੱਚ ਬਚਨ ਆਉਂਦਾ ਹੈ, ਕੋਈ ਤਿਆਗੀ ਵੈਰਾਗੀ ਮਹਾਤਮਾ ਸੀ, ਨਾਮ ਸੀ ਉਸਦਾ ਗੁੱਲੀ ਰਾਮ। ਜਦੋਂ ਹੱਕ ਨਹੀਂ ਸੀ ਕਿ ਕੋਈ ਚੜ੍ਹਦੀ ਕਲਾ ਵਾਲਾ ਚੰਗਾ ਨਾਮ ਵੀ ਰੱਖ ਸਕੇ, ਨਾਮ ਵੀ ਐਸੇ ਰੱਖਣੇ, ਰੁਲਦਾ ਰਾਮ, ਗੁੱਲੀ ਰਾਮ, ਛੱਲੀ ਰਾਮ, ਤੁੱਕਾ ਰਾਮ, ਕਿ ਆਪਣੇ ਨਾਮ ਦੀ ਵਿਚਾਰ ਕਰਕੇ ਵੀ ਮਨ ਢਹਿੰਦੀ ਕਲਾ ਵਿੱਚ ਹੀ ਜਾਵੇ, ਮੈਂ ਤੇ ਹੈ ਹੀ ਕੁਝ ਨਹੀਂ। ਇਹ ਤੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਚੜ੍ਹਦੀ ਕਲਾ ਬਖਸ਼ੀ ਤੇ ਬਚਨ ਕਰਨਾ ਕੀਤਾ, ਸਿੱਖੋ ਨਾਮ ਵੀ ਚੜ੍ਹਦੀ ਕਲਾ ਵਾਲੇ ਰੱਖਣੇ ਨੇ। ਕਿਸੇ ਦਾ ਨਾਮ ਸ਼ੇਰ ਸਿੰਘ, ਦਲੇਰ ਸਿੰਘ, ਬਾਘ ਸਿੰਘ, ਪਿੱਪਲ ਸਿੰਘ, ਬੋੜ ਸਿੰਘ, ਜਬਰ ਜੰਗ ਸਿੰਘ, ਪਹਾੜ ਤੋੜ ਸਿੰਘ, ਮੁਗਲ ਮਾਰ ਸਿੰਘ, ਐਸੇ ਨਾਮ ਰੱਖੇ ਕਿ ਮੁਗਲ ਵੀ ਸੁਣ ਕੇ ਦਹਿਸ਼ਤ ਵਿੱਚ ਆ ਜਾਂਦੇ। ਪਹਾੜ ਤੋੜ ਸਿੰਘ, ਜਿਹੜਾ ਪਹਾੜ ਹੀ ਤੋੜ ਦਿੰਦਾ ਸਾਨੂੰ ਕਿੱਥੇ ਛੱਡੂਗਾ, ਕਿਧਰੇ ਮੁੱਕੀ ਮਾਰ ਕੇ ਧੌਣੀ ਨਾ ਤੋੜ ਦੇਵੇ। ਐਸੀ ਚੜ੍ਹਦੀ ਕਲਾ, ਇਹ ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਹੈ। ਰਹੋ ਵਿਚਾਰ, ਗੁੱਲੀ ਰਾਮ ਨਾਮ ਦਾ ਸੰਤ ਹੈ। ਘਰ ਵਾਲੀ ਬੀਬੀ ਵੀ ਬੜੀ ਸਤਵੰਤੀ ਏ। ਦੋਵਾਂ ਦਾ ਮਾਇਆ ਦੇ ਨਾਲ ਮੋਹ ਨਹੀਂ ਤੇ ਬੰਦਗੀ ਕਰਦੇ ਨੇ। ਇੱਕ ਵਾਰ ਇਹ ਸੰਤ ਮਹਾਤਮਾ ਅੱਗੇ ਅੱਗੇ ਤੁਰੇ ਜਾ ਰਹੇ ਨੇ ਤੇ ਪਿੱਛੇ ਪਿੱਛੇ ਇਹਨਾਂ ਦੀ ਘਰ ਵਾਲੀ ਉਹ ਸਤਵੰਤੀ ਬੀਬੀ ਤੁਰੀ ਆਉਂਦੀ ਏ। ਤੇ ਮਹਾਤਮਾ ਜੀ ਨੇ, ਗੁੱਲੀ ਰਾਮ ਜੀ ਨੇ ਦੇਖਣਾ ਕੀਤਾ, ਰਸਤੇ ਦੇ ਵਿੱਚ ਸੋਨਾ ਪਿਆ, ਸੋਨੇ ਦਾ ਕੋਈ ਗਹਿਣਾ ਹੋਵੇਗਾ। ਜਦੋਂ ਸੋਨੇ ਦੇ ਗਹਿਣੇ ਨੂੰ ਤੱਕਿਆ ਤੇ ਮਨ ਦੇ ਵਿੱਚ ਵਿਚਾਰ ਆਈ ਕਿ ਬੀਬੀਆਂ ਨੂੰ ਵਿਸ਼ੇਸ਼ ਕਰਕੇ ਸੋਨੇ ਨਾਲ ਪਿਆਰ ਹੁੰਦਾ ਹੈ। ਘਰ ਵਿੱਚ ਭਾਵੇਂ ਕਲੇਸ਼ ਪੈ ਜਾਵੇ, ਘਰ ਵਾਲੇ ਦੇ ਪੱਲੇ ਭਾਵੇਂ ਕੌਡੀ ਨਾ ਹੋਵੇ, ਲੜਾਈ ਪਾ ਲੈਣੀ, ਮੈਨੂੰ ਸੋਨਾ ਚਾਹੀਦਾ ਤੇ ਚਾਹੀਦਾ, ਮੈਂ ਭਰਾ ਦੇ ਵਿਆਹ ਤਾਂ ਜਾਣਾ, ਮੈਨੂੰ ਪਹਿਲਾਂ ਸੋਨੇ ਦੇ ਗਹਿਣੇ ਬਣਾ ਕੇ ਦੇ। ਮਨ ਵਿੱਚ ਵਿਚਾਰ ਆਈ, ਬੀਬੀ ਹੈ, ਔਰਤ ਹੈ, ਸੁਭਾਅ ਤੇ ਔਰਤ ਵਾਲਾ ਹੀ ਰਹੇਗਾ। ਕਿਧਰੇ ਸੋਨੇ ਨੂੰ ਵੇਖ ਕੇ ਮਨ ਵਿੱਚ ਸੋਨੇ ਦਾ ਮੋਹ ਨਾ ਪੈਦਾ ਹੋ ਜਾਵੇ ਤੇ ਉਸ ਜਗ੍ਹਾ ਤੇ ਖੜੇ ਹੋ ਕੇ ਨਾ ਵੀ ਘਰ ਵਾਲੀ ਨੂੰ ਪਤਾ ਵੀ ਨਾ ਲੱਗ ਜਾਵੇ। ਆਪਣੇ ਪੈਰ ਦੇ ਨਾਲ ਸੋਨੇ ਦੇ ਉੱਪਰ ਮਿੱਟੀ ਪਾਈ ਜਾਂਦੇ ਨੇ, ਸੋਨਾ ਢੱਕ ਦੇਵਾਂ, ਘਰ ਵਾਲੀ ਦੇਖ ਨਾ ਲਵੇ। ਘਰ ਵਾਲੀ ਨੇ ਦੇਖ ਲਿਆ, ਹੱਥ ਜੋੜ ਕਰਕੇ ਕਹਿਣ ਲੱਗੀ, ਸਵਾਮੀ ਜੀ ਕੀ ਪਏ ਕਰਦੇ ਹੋ, ਇਹ ਕੀ ਕਰੀ ਜਾਂਦੇ ਹੋ? ਉਸਨੇ ਵੇਖਿਆ ਮੇਰੀ ਚੋਰੀ ਫੜੀ ਗਈ। ਮੈਂ ਤੇ ਚਾਹੁੰਦਾ ਸੀ ਇਸ ਨੂੰ ਪਤਾ ਨਾ ਲੱਗੇ, ਇਸ ਤੋਂ ਛੁਪਾ ਕੇ ਕਰਦਾ ਸੀ, ਪਰ ਇਸਨੇ ਤੇ ਦੇਖ ਲਿਆ। ਚੁੱਪ ਹੋ ਗਿਆ, ਕੁਛ ਬੋਲਦਾ ਨਹੀਂ, ਹੁਣ ਬੋਲਾਂ ਕੀ? ਘਰ ਵਾਲੀ ਨੇ ਫਿਰ ਬੋਲਿਆ, ਸਵਾਮੀ ਜੀ ਇਹ ਕੀ ਕਰੀ ਜਾਂਦੇ ਹੋ? ਮਿੱਟੀ ਤੇ ਮਿੱਟੀ ਪਾਈ ਜਾਂਦੇ ਹੋ, ਮਿੱਟੀ ਤੇ ਮਿੱਟੀ ਕਿਉਂ ਪਾ ਰਹੇ ਹੋ? ਤੇ ਇਸ ਵੇਲੇ ਸਿਰ ਝੁਕਾ ਦਿੱਤਾ, ਭਲੀਏ ਮੈਂ ਤੇ ਸਮਝਦਾ ਸੀ ਕਿ ਸੋਨਾ ਵੇਖ ਕਰਕੇ ਤੇਰਾ ਮਨ ਵਿਚਲਿਤ ਨਾ ਹੋ ਜਾਵੇ, ਪਰ ਤੂੰ ਤੇ ਮੇਰੇ ਤੋਂ ਵੀ ਅੱਗੇ ਲੰਘ ਗਈ। ਇਹ ਸੋਨਾ ਮੈਨੂੰ ਤੇ ਅਜੇ ਸੋਨਾ ਦਿਸਦਾ ਹੈ ਤੇ ਮੈਂ ਮਿੱਟੀ ਨਾਲ ਢੱਕ ਰਿਹਾ, ਪਰ ਤੂੰ ਤੇ ਸੋਨੇ ਨੂੰ ਵੀ ਮਿੱਟੀ ਜਾਣ ਲਿਆ। ਮਿੱਟੀ ਤੇ ਮਿੱਟੀ ਕਿਉਂ ਮਿੱਟੀ ਤੇ ਮਿੱਟੀ ਪਾਈ ਜਾਂਦੇ ਹੋ? ਹਜ਼ੂਰ ਫਰਮਾਵਣਾ ਕਰਦੇ ਨੇ, ਐਸੇ ਜਿਹੜੇ ਸਮਦ੍ਰਿਸ਼ਟਾ ਹੁੰਦੇ ਨੇ, ਨਾਮ ਦੇ ਰਸੀਏ ਹੁੰਦੇ ਨੇ ਨਾ, ਉਹੋ ਜਿਹਾ ਉਹਨਾਂ ਵਾਸਤੇ ਅੰਮ੍ਰਿਤ ਹੈ, ਉਹੋ ਜਿਹਾ ਹੀ ਜ਼ਹਿਰ ਹੈ, ਉਹੋ ਜਿਹਾ ਹੀ ਸੋਨਾ ਹੈ ਤੇ ਉਹੋ ਜਿਹਾ ਹੀ ਤਾਂਬਾ ਹੈ। ਸਭਨਾਂ ਨੂੰ ਸਮਦ੍ਰਿਸ਼ਟਾ ਹੋ ਕਰਕੇ ਇੱਕ ਨਜ਼ਰ ਦੇ ਨਾਲ ਦੇਖਦੇ ਨੇ, ਕਿਸੇ ਦੇ ਨਾਲ ਮੋਹ ਧਾਰਨ ਨਹੀਂ ਕਰਦੇ। ਉਸਤਤ ਨਿੰਦਾ ਏ ਸਮਝਾਂਕ, ਉਸ ਦੇ ਵਾਸਤੇ ਉਸਤਤ ਅਤੇ ਨਿੰਦਿਆ ਬਰਾਬਰ ਹੈ। ਕੋਈ ਆ ਕੇ ਉਸਤਤ ਕਰ ਗਿਆ, ਭਲੇ ਬਚਨ ਕਹਿ ਗਿਆ, ਵਡਿਆਈ ਕਰ ਗਿਆ, ਮੱਥਾ ਟੇਕ ਗਿਆ, ਉਹ ਫੁੱਲੇ ਨਹੀਂ ਫਿਰਦੇ। ਤੇ ਕੋਈ ਜੇਕਰ ਨਿੰਦਿਆ ਦੇ ਬਚਨ ਕਹਿ ਗਿਆ, ਕੌੜਾ ਵੀ ਬੋਲ ਗਿਆ, ਤੇ ਐਸੇ ਜਿਹੜੇ ਸਮਦ੍ਰਿਸ਼ਟਾ ਨੇ ਉਹਨਾਂ ਦੇ ਉੱਪਰ ਦੋਖ ਦ੍ਰਿਸ਼ਟੀ ਧਾਰਨ ਨਹੀਂ ਕਰਦੇ ਨੇ, ਉਹਨਾਂ ਨੂੰ ਕੋਈ ਸ਼ਰਾਪ ਇਤਿਆਦਿਕ ਨਹੀਂ ਦਿੰਦੇ ਹਨ। ਉਸਤਤ ਅਤੇ ਨਿੰਦਿਆ ਦੇ ਸੁਣ ਕਰਕੇ ਵੀ ਸਮਬਿਰਤੀ ਨੂੰ ਹੀ ਧਾਰਨ ਕਰਨੇ ਵਾਲੇ ਹੁੰਦੇ ਹਨ ਜੀ। ਲੋਭ ਮੋਹ ਫੁਨ ਤੈਸਾ, ਤੇ ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਪਦਾਰਥ ਇਤਿਆਦਿਕ ਆ ਜਾਣ
ਤਿੰਨਾਂ ਦੀ ਕਿਸੇ ਪ੍ਰਕਾਰ ਬਹੁਤੀ ਖੁਸ਼ੀ ਨਹੀਂ ਮਨਾਉਂਦੇ ਹਨ। ਉਹਨਾਂ ਨੂੰ ਲੋਭ ਤੇ ਮੋਹ ਫੁਨ ਤੈਸਾ ਇੱਕੋ ਜਿਹਾ ਹੀ ਹੈ। ਭਾਵ ਨਾ ਲੋਭ ਧਾਰਨ ਕਰਦੇ ਨੇ, ਪਦਾਰਥ ਆ ਜਾਵੇ ਤੇ ਲੋਭ ਧਾਰਨ ਨਹੀਂ ਕਰਦੇ, ਤੇ ਸੰਬੰਧੀ ਆ ਜਾਣ ਤੇ ਮੋਹ ਧਾਰਨ ਨਹੀਂ ਕਰਦੇ। ਜਿਵੇਂ ਸੋਨੇ ਦੇ ਨਾਲ ਤੇ ਮਿੱਟੀ ਦੇ ਨਾਲ ਸਮਦ੍ਰਿਸ਼ਟਾ ਨੇ ਨਾ, ਜਿਵੇਂ ਨਿੰਦਕਾਂ ਦੇ ਨਾਲ ਤੇ ਉਸਤਤ ਕਰਨ ਵਾਲਿਆਂ ਦੇ ਨਾਲ ਸਮਦ੍ਰਿਸ਼ਟਾ ਨੇ ਨਾ, ਤੇਵੇਂ ਪਦਾਰਥਾਂ ਦੇ ਨਾਲ ਤੇ ਸੰਬੰਧੀਆਂ ਦੇ ਨਾਲ ਵੀ ਸਮਦ੍ਰਿਸ਼ਟਾ ਹੀ ਨੇ। ਸਭਨਾਂ ਨੂੰ ਇੱਕ ਬਰਾਬਰ ਹੀ ਜਾਣਦੇ ਨੇ। ਹਿਰਦੇ ਦਾ ਮੋਹ ਮਾਇਆ ਦੇ ਨਾਲ, ਸੰਬੰਧੀਆਂ ਦੇ ਨਾਲ ਧਾਰਨ ਨਹੀਂ ਕਰਦੇ, ਤੇ ਲੋਭ ਪਦਾਰਥਾਂ ਨੂੰ ਇਕੱਠੇ ਕਰਨੇ ਦਾ ਅਥਵਾ ਖਾਣੇ ਦਾ ਨਹੀਂ ਕਰਦੇ ਜੀ। ਦੁਖ ਸੁਖ ਏ ਬਾਂਧੇ ਜਿਹ ਨਾਹਨ। ਇਸ ਪ੍ਰਕਾਰ ਸੁੱਖਾਂ ਅਤੇ ਦੁੱਖਾਂ ਦੇ ਵਿੱਚ ਉਹ ਨਹੀਂ ਬਚੇ ਹੋਏ। ਬਾਧੇ ਦਾ ਅਰਥ ਹੈ ਬੰਨੇ ਹੋਏ। ਸੁੱਖ ਅਤੇ ਦੁੱਖ ਉਹਨਾਂ ਨੂੰ ਸੁੱਖ ਦੁੱਖ ਦੀ ਭਾਵਨਾ ਦੇ ਨਾਲ ਬੰਧਨ ਬਣ ਕੇ ਨਹੀਂ ਵਿਆਪਦੇ ਨੇ। ਇਸੇ ਪ੍ਰਕਾਰ ਬਾਧਾ ਤੋਂ ਭਾਵ ਹੁੰਦਾ ਮੁਸ਼ਕਲ, ਭੀੜਾ, ਮੁਸੀਬਤ। ਸੁੱਖਾਂ ਦੇ ਵਿੱਚ ਵਾਹਿਗੁਰੂ ਜੀ ਨੂੰ ਭੁੱਲਦੇ ਨਹੀਂ, ਤੇ ਦੁੱਖ ਦੀ ਕਿਸੇ ਪ੍ਰਕਾਰ ਉਹਨਾਂ ਨੂੰ ਬਾਧਾ ਨਹੀਂ ਬਣਦੀ ਏ। ਤੇ ਇਸੇ ਪ੍ਰਕਾਰ ਸਾਧ ਸੰਗਤ ਜੀ, ਦੁਨਿਆਵੀ ਜੀਵ ਜਦੋਂ ਸੁੱਖ ਪ੍ਰਾਪਤ ਕਰਦਾ ਨਾ, ਤੇ ਸੁੱਖ ਹੀ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਸਤੇ ਬਾਧਾ ਬਣ ਜਾਂਦਾ ਹੈ, ਰੁਕਾਵਟ ਬਣ ਜਾਂਦਾ, ਕਿਉਂਕਿ ਸੁਖੀ ਹੋ ਕੇ ਨਾਮ ਨਹੀਂ ਜਪਦਾ। ਤੇ ਹਜ਼ੂਰ ਫਰਮਾਉਂਦੇ ਨੇ, ਐਸੇ ਜੋ ਸਮਦ੍ਰਿਸ਼ਟਾ ਨੇ, ਨਾ ਸੁੱਖ ਉਹਨਾਂ ਦੀ ਬੰਦਗੀ ਵਿੱਚ ਬਾਧਾ ਬਣਦੇ ਨੇ, ਤੇ ਨਾ ਹੀ ਦੁੱਖ ਤਿਨਾਂ ਨੂੰ ਬੰਦਗੀ ਦੇ ਨਾਲੋਂ ਤੋੜ ਸਕਦੇ ਹਨ। ਤੇਹ ਤੁਮ ਜਾਣੋ ਗਿਆਨੀ। ਹੇ ਭਾਈ, ਐਸੇ ਜਿਹੜੇ ਸੁੱਖ ਦੁੱਖ ਦੇ ਵਿੱਚ ਸਮਦ੍ਰਿਸ਼ਟਾ ਨੇ, ਉਸਤਤ ਨਿੰਦਿਆ ਦੇ ਵਿੱਚ ਸਮਦ੍ਰਿਸ਼ਟਾ ਨੇ, ਲੋਭ ਮੋਹ ਦੇ ਅੰਦਰ ਸਮਦ੍ਰਿਸ਼ਟਾ ਨੇ, ਸੋਨਾ ਮਿੱਟੀ ਨੂੰ ਜਾਣਨ ਵਾਲੇ ਸਮਦ੍ਰਿਸ਼ਟਾ ਨੇ, ਉਸ ਨੂੰ ਤੁਸੀਂ ਗਿਆਨੀ ਭਾਵ ਬ੍ਰਹਮ ਗਿਆਨੀ ਜਾਣੋ। ਇਥੇ ਸਾਧ ਸੰਗਤ ਜੀ, ਗਿਆਨ ਤੋਂ ਭਾਵ ਅਖਰੀ ਗਿਆਨ ਨਹੀਂ, ਕਿਤਾਬੀ ਗਿਆਨ ਨਹੀਂ, ਦੁਨਿਆਵੀ ਗਿਆਨ ਨਹੀਂ। ਗਿਆਨ ਤੋਂ ਭਾਵ ਹੈ ਆਤਮ ਗਿਆਨ। ਪੁਰਾਤਨ ਸਮਿਆਂ ਦੇ ਅੰਦਰ ਜਿਹੜਾ ਕੋਈ ਸਤਿਪੁਰਖ, ਧਰਮਾਤਮਾ, ਮਹਾਪੁਰਖ, ਬ੍ਰਹਮ ਗਿਆਨੀ ਹੁੰਦਾ ਸੀ, ਤਿਸ ਨੂੰ ਗਿਆਨੀ ਕਿਹਾ ਜਾਂਦਾ ਸੀ। ਤੇ ਜਿਹੜਾ ਵੇਦਾਂ ਦਾ ਕਥਾਕਾਰ ਇਤਿਆਦਿਕ ਹੁੰਦਾ ਸੀ, ਉਸ ਨੂੰ ਕਥਾਕਾਰ ਜਾਂ ਕਥਨ ਕਰਨ ਵਾਲਾ। ਅੱਜ ਦਾ ਸਮਾਂ ਬਦਲ ਗਿਆ, ਕਥਾ ਕਰਨ ਵਾਲਿਆਂ ਨੂੰ ਗਿਆਨੀ ਕਿਹਾ ਜਾਂਦਾ ਜੀ, ਇਹਨਾਂ ਨੂੰ ਗਿਆਨ ਬੜਾ ਹੈ। ਠੀਕ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਗਿਆਨ ਦੇ ਭੰਡਾਰੇ ਆਪਣੇ ਗੁਰਸਿੱਖਾਂ ਨੂੰ ਬਖਸ਼ਦੇ ਨੇ, ਪਰ ਅਸਲ ਦੇ ਵਿੱਚ ਜਿਹੜਾ ਗਿਆਨੀ ਸ਼ਬਦ ਹੈ, ਇਹ ਬ੍ਰਹਮ ਗਿਆਨੀਆਂ ਵਾਸਤੇ ਹੁੰਦਾ ਹੈ, ਜਿਨ੍ਹਾਂ ਨੂੰ ਆਤਮ ਸਰੂਪ ਦਾ ਗਿਆਨ ਹੈ। ਜਿਸ ਨੂੰ ਆਤਮ ਸਰੂਪ ਦਾ ਗਿਆਨ ਹੀ ਨਹੀਂ, ਆਪਣੇ ਆਤਮ ਸਰੂਪ ਨੂੰ ਜਾਣਿਆ ਹੀ ਨਹੀਂ, ਸਮਝ ਹੀ ਨਹੀਂ ਸਕਿਆ, ਜੇ ਕਾਹਦਾ ਗਿਆਨੀ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਭਲਿਓ ਆਤਮ ਗਿਆਨੀ ਉਸੇ ਨੂੰ ਜਾਣੋ, ਤਤ ਵੇਤਾ ਉਸੇ ਨੂੰ ਜਾਣੋ, ਬ੍ਰਹਮ ਗਿਆਨੀ ਉਸੇ ਨੂੰ ਜਾਣੋ ਜਿਹੜਾ ਐਸਾ ਸਮਦ੍ਰਿਸ਼ਟਾ ਹੈ, ਮਿੱਤਰਾਂ ਸੱਜਣਾ ਤੇ ਦੁਸ਼ਮਣਾਂ ਦੇ ਨਾਲ ਇੱਕੋ ਜਿਹਾ ਵਰਤਾਓ ਕਰਨ ਵਾਲਾ ਹੈ। ਜੋ ਨਾਨਕ ਮੁਕਤ ਤਾਹੇ ਤੁਮ ਮਾਨੋ। ਤੇ ਜੋ ਸ਼ਬਦ ਦੇ ਪ੍ਰਾਰੰਭ ਤੇ ਉਥਾਨਿਕਾ ਸੁਣੀ ਸੀ, ਸਤਿਗੁਰੂ ਜੀ, ਮੋਹ ਮਾਇਆ ਦੇ ਵਿੱਚ ਤੇ ਸਾਰਾ ਹੀ ਸੰਸਾਰ ਵੱਜਾ, ਕੀ ਕੋਈ ਵੀ ਮੁਕਤ ਨਹੀਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਕਤ ਅਵਸਥਾ ਦਾ ਗਿਆਨ ਕਰਵਾਉਂਦੇ ਨੇ ਉਪਦੇਸ਼ ਦੁਆਰਾ, ਨਿਖੇਧ ਵਿਧੀ ਦੇ ਦੁਆਰਾ, ਵਿਕਾਰਾਂ ਦਾ ਖੰਡਨ ਕਰਕੇ, ਤੇ ਵਿਧੀ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਜਨਾ ਕਰਕੇ ਦਸਣਾ ਕਰਦੇ ਨੇ। ਜਿਹੜੇ ਐਸੇ ਵਿਕਾਰਾਂ ਤੋਂ ਉੱਪਰ ਨੇ, ਬੰਦਗੀ ਕਰਦੇ ਨੇ, ਸਿਮਰਨ ਭਜਨ ਕਰਦੇ ਨੇ, ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਐਸੇ ਜਿਹੜੇ ਸਮਦ੍ਰਿਸ਼ਟਾ ਆਤਮ ਗਿਆਨੀ ਲੋਕ ਨੇ ਨਾ, ਜਿਨ੍ਹਾਂ ਨੂੰ ਸਰੂਪ ਰੂਪ ਦਾ ਗਿਆਨ ਹੋ ਗਿਆ, ਨਾਨਕ ਮੁਕਤ ਤਾਹੇ ਤੁਮ ਮਾਨੋ। ਪਿਆਰਿਓ, ਉਹਨਾਂ ਨੂੰ ਮੁਕਤ ਮੰਨੋ। ਜਦੋਂ ਤੱਕ ਅਜੇ ਸਰੂਪ ਦਾ ਗਿਆਨ ਨਹੀਂ, ਸਰੂਪ ਰੂਪ ਨੂੰ ਧਾਰਨ ਨਹੀਂ ਕੀਤਾ, ਪ੍ਰਾਪਤ ਨਹੀਂ ਕੀਤਾ, ਵਾਹਿਗੁਰੂ ਜੀ ਦੀ ਪ੍ਰਾਪਤੀ ਨਹੀਂ ਹੋਈ, ਆਤਮ ਗਿਆਨ ਤੋਂ ਸਖਣਾ ਹੈ, ਉਦੋਂ ਤੱਕ ਅਜੇ ਮੁਕਤ ਨਹੀਂ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ, ਕੀਰਤਨ ਸੋਹਿਲੇ ਦੇ ਪਾਵਨ ਬਚਨ ਸਭਨਾਂ ਨੂੰ ਯਾਦ ਹੋਣਗੇ। ਇਹੋ ਸੰਸਾਰ ਬੇਕਾਰ ਸੰਸੇਮ ਹੈ। ਸਾਰਾ ਜਿਹੜਾ ਸੰਸਾਰ ਹੈ, ਵਿਕਾਰਾਂ ਤੇ ਸੰਸਿਆਂ ਦੇ ਵਿੱਚ ਗਲਤਾਨ ਹੋਇਆ ਹੈ ਜੀ। ਤਰਦਾ ਕੌਣ ਹੈ? ਤਰਿਓ ਬ੍ਰਹਮ ਗਿਆਨੀ। ਜਿਹੜੇ ਬ੍ਰਹਮ ਗਿਆਨੀ ਨੇ ਉਹ ਤਰਦੇ ਨੇ, ਤੇ ਬ੍ਰਹਮ ਗਿਆਨੀ ਆਪ ਤਰਦੇ ਨੇ। ਸੰਗੀ ਸਾਥੀ ਸਗਲ ਤਰਾਈ, ਸਾਰਿਆਂ ਸੰਗੀਆਂ ਸਾਥੀਆਂ ਨੂੰ ਵੀ ਤਾਰ ਲੈਂਦੇ ਨੇ। ਹਜ਼ੂਰ ਫਰਮਾਵਣਾ ਕਰਦੇ ਨੇ, ਇਸ ਪ੍ਰਕਾਰ ਜਿਹੜੇ ਸਮਦ੍ਰਿਸ਼ਟਾ ਨੇ, ਆਤਮ ਗਿਆਨ ਨੂੰ ਜਿਨ੍ਹਾਂ ਨੇ ਧਾਰਨ ਕਰ ਲਿਆ ਹੈ, ਬ੍ਰਹਮ ਗਿਆਨੀ ਨੇ, ਹਜ਼ੂਰ ਫਰਮਾਵਦੇ ਨੇ, ਪਿਆਰਿਓ, ਉਹਨਾਂ ਨੂੰ ਤੁਸੀਂ ਜਿਉਂਦੇ ਜੀ ਹੀ ਬੰਧਨਾਂ ਤੋਂ ਮੁਕਤ ਜਾਣੋ, ਤੇ ਸਰੀਰ ਦੇ ਅਭਾਵ ਹੋਣ ਤੋਂ ਬਾਅਦ ਜੂਨਾ ਤੋਂ ਮੁਕਤ ਜਾਣੋ। ਇਹ ਬੇਧ ਕੋ ਜੋ ਪ੍ਰਾਨੇ। ਇਸ ਵਿਧੀ ਨੂੰ ਧਾਰਨ ਕਰਨ ਵਾਲਾ ਜਿਹੜਾ ਪ੍ਰਾਣਾ ਧਾਰੀ ਜੀਵ ਹੈ,
ਜਿਸ ਪ੍ਰਾਣੀ ਨੇ ਐਸੇ ਸੰਸਕਾਰਾਂ ਨੂੰ, ਐਸੇ ਅਸੂਲਾਂ ਨੂੰ, ਐਸੀ ਗੁਰਮਰਿਆਦਾ ਨੂੰ ਧਾਰਨ ਕੀਤਾ ਨਾ ਪਿਆਰਿਓ, ਉਹੀ ਹੋਈ ਮੁਕਤ ਹੈ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਹੋਰ ਵੀ ਅੰਮ੍ਰਿਤ ਬਚਨ ਨੇ। ਉਸਤਤ ਨਿੰਦਿਆ ਨਾਹਿ ਜਿਹੇ ਕੰਚਨ ਲੋਹ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। हे ਪਿਆਰਿਆ, ਮੁਕਤ ਉਸੇ ਨੂੰ ਜਾਣ ਜਿਸ ਦੇ ਵਾਸਤੇ ਉਸਤਤ ਨਿੰਦਿਆ ਇੱਕ ਬਰਾਬਰ ਹੈ, ਜਿਸ ਦੇ ਵਾਸਤੇ ਸੋਨਾ ਤੇ ਮਿੱਟੀ ਬਰਾਬਰ ਹੈ। ਉਸਤਤ ਨਿੰਦਿਆ ਸੁਣ ਕੇ ਮਨ ਉਛਾਲੇ ਜਾਂ ਖੋਬ ਵਿੱਚ ਨਹੀਂ ਆਉਂਦਾ, ਤੇ ਸੋਨੇ ਨੂੰ ਮਿੱਟੀ ਕਰਕੇ ਜਾਣਦਾ, ਕਦੇ ਲਾਲਚੀ ਨਹੀਂ ਹੁੰਦਾ, ਲੋਭ ਧਾਰਨ ਨਹੀਂ ਕਰਦਾ। ਜਿਹੜਾ ਮਾਇਆ ਦੇ ਮੋਹ ਤੋਂ ਛੁੱਟ ਗਿਆ, ਮਾਇਆ ਦੇ ਬੰਧਨਾਂ ਤੋਂ ਛੁੱਟ ਗਿਆ, ਜੀਵਨ ਮੁਕਤ ਸਰੀਰ ਕਰਕੇ ਵੀ ਉਹੀ ਹੋਈ ਹੈ, ਤੇ ਸਰੀਰ ਦੇ ਅਭਾਵ ਹੋਣ ਤੋਂ ਬਾਅਦ ਵੀ ਉਹੀ ਉਹ ਪ੍ਰਾਣੀ ਮੁਕਤ ਹੈ। ਇਸ ਪ੍ਰਕਾਰ ਗੁਰਸਿੱਖਾਂ ਦੀਆਂ ਬੇਨਤੀਆਂ ਤੇ ਗਰੀਬ ਨਿਵਾਜ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਵੈਰਾਗਮਈ ਬਚਨਾਂ ਦੇ ਨਾਲ ਅੰਮ੍ਰਿਤ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਨਾ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਓ, ਆਪ ਜੀ ਦੇ ਪਾਵਨ ਉਪਦੇਸ਼ਾਂ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਜੀ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਵਾਸਤੇ ਸੁਮਤ ਦੀ ਬਖਸ਼ਿਸ਼ ਕਰਨਾ ਕਰੋ। ਗਰੀਬ ਨਿਵਾਜ ਸਤਿਗੁਰੂ ਜੀ ਦੀ ਸੰਗਤ ਬਖਸ਼ਣ ਯੋਗ ਹੈ। ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਣੀ। ਸਤਿਗੁਰਾਂ ਦੇ ਪਾਵਨ ਉਪਦੇਸ਼ਾਂ ਨੂੰ ਹਿਰਦੇ ਵਿੱਚ ਵਸਾ ਕਰਕੇ ਧਾਰਨੇ ਦਾ ਯਤਨ ਕਰੀਏ, ਜਿਸ ਦੇ ਨਾਲ ਸਤਿਗੁਰੂ ਜੀ ਦੀ ਸਨਮੁਖਤਾ ਬਣ ਆਵੇ, ਜੀਵਨ ਸਫਲਾ ਹੋਵੇ। ਗਰੀਬ ਨਿਵਾਜ ਸਤਿਗੁਰੂ ਜੀ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਾਨੂੰ ਸਭਨਾਂ ਨੂੰ ਦਰੋਂ ਘਰੋਂ ਪਿਆਰੀ ਗੁਰਸਿੱਖੀ ਬਖਸ਼ ਕਰਕੇ ਕਿਰਤਾਰਥ ਕਰਨ, ਸਭਨਾਂ ਦੀਆਂ ਯਾਤਰਾ ਸਫਲ ਕਰਨ। ਸਤਿਗੁਰਾਂ ਦੇ ਪਾਵਨ ਉਪਦੇਸ਼ ਦੀਆਂ ਅਖੀਰਲੀਆਂ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਦੁਖ ਸੁਖ ਏ ਬਾਧੇ ਜਿਹ ਨਾਹਨ, ਤਹ ਤੁਮ ਜਾਨੋ ਗਿਆਨੇ। ਨਾਨਕ ਮੁਕਤ ਤਾਹੇ ਤੁਮ ਮਾਨੋ, ਇਹ ਬਿਦ ਕੋ ਜੋ ਪ੍ਰਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।